ਸਤਿ ਸ਼੍ਰੀ ਅਕਾਲ ਜੀ। ਸਿਵਲ ਸਟੈਪ ਆਈਏਐਸ ਤੇ ਇਸ YouTube ਚੈਨਲ ਤੇ ਤੁਸੀਂ ਹੋ ਮੇਰੇ ਨਾਲ ਪ੍ਰਭਾਤ ਰਾਣਾ ਦੇ ਨਾਲ ਤੇ ਅੱਜ ਆਪਾਂ ਡਿਸਕਸ ਕਰ ਰਹੇ ਹਾਂ ਜਿੰਨੇ ਵੀ ਸਾਡਾ ਜਿਹੜਾ ਪੀਸੀਐਸ ਲੈਵਲ ਦਾ ਜਿਹੜਾ ਐਗਜ਼ਾਮ ਹੈ ਇਸ ਦੇ ਅੰਦਰ ਜਿਹੜੇ ਪੀਵਾਈਕਿਊਜ਼ ਪ੍ਰੀਵੀਅਸ ਈਅਰ ਕੁਐਸਚਨ ਪੇਪਰਸ ਜਿਨ੍ਹਾਂ ਦੇ ਵਿੱਚੋਂ ਐਂਸ਼ੀਐਂਟ ਤੇ ਮਿਡੀਵਲ ਹਿਸਟਰੀ मतलब ਪ੍ਰਾਚੀਨ ਭਾਰਤ ਤੇ ਦੂਜਾ ਮੱਧਕਾਲੀਨ ਭਾਰਤ ਕਿਹੜੇ ਐਵੇਂ ਦੇ ਇੰਪੋਰਟੈਂਟ ਆ ਪੂਰੇ ਸਿਲੇਬਸ ਦੇ ਅੰਦਰੋਂ ਕਿਹੜੇ ਐਵੇਂ ਦੇ ਇੰਪੋਰਟੈਂਟ ਕੁਐਸਚਨ ਨੇ ਜਿੱਥੋਂ ਕਿ ਐਮਸੀਕਿਊਜ਼ ਬਣੇ ਨੇ ਤੇ ਹੋਰ ਕਿਹੜੇ ਐਵੇਂ ਦੀਆਂ ਚੀਜ਼ਾਂ ਹੋ ਸਕਦੀਆਂ ਕਿ ਜਿੱਥੋਂ ਹੋਰ ਐਮਸੀਕਿਊਜ਼ ਆਉਣ ਵਾਲੇ ਪੇਪਰਾਂ ਦੇ ਅੰਦਰ ਜਿਹੜਾ ਪੀਸੀਐਸ ਦਾ ਆਉਣ ਵਾਲਾ ਪੇਪਰ ਹੈ ਉੱਥੋਂ ਟੌਪਿਕ ਬਣ ਸਕਦਾ ਹੈ ਤੇ ਤੁਹਾਨੂੰ ਜਿਹੜਾ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਹੈ ਉਸ ਦੇ ਹਿਸਾਬ ਦੇ ਨਾਲ ਆਪਾਂ ਇੰਨਾ ਕੁ ਆਈਡੀਆ ਲਾ ਸਕਦੇ ਹਾਂ ਕਿ ਕਿਹੜੇ ਟੌਪਿਕ ਸਾਡੇ ਲਈ ਮੋਸਟ ਇੰਪੋਰਟੈਂਟ ਟੌਪਿਕ ਹੈ ਕਿਹੜੇ ਔਨ ਐਨ ਐਵਰੇਜ ਟੌਪਿਕ ਹੈ ਤੇ ਕਿਹੜੇ ਟੌਪਿਕ ਤੇ ਆਪਾਂ ਜ਼ਿਆਦਾ ਫੋਕਸ ਕਰਕੇ ਚੱਲਣਾ ਹੈ। ਠੀਕ ਹੈ ਜੀ। ਤੇ ਪੀਵਾਈਕਿਊ ਦੇ ਅੰਦਰ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਸਾਲ 2013 ਦੀ। ਸਾਲ 2013 ਦੇ ਅੰਦਰ ਕੁਐਸਚਨ ਪੁੱਛਿਆ ਗਿਆ ਤੁਹਾਡਾ ਹਿਸਟਰੀ ਦੇ ਅੰਦਰੋਂ ਐਂਸ਼ੀਐਂਟ ਤੇ ਮਿਡੀਵਲ ਦੋਵਾਂ ਦਾ ਇਕੱਠਾ ਮੈਂ ਕਰਾ ਰਹੀ ਹਾਂ। ਪਹਿਲਾ ਆ ਗਿਆ ਜੀ ਇਨ ਇਸਲਾਮ offering prayer 5 times a day is called। ਕਹਿੰਦੇ ਇਸਲਾਮ ਰਿਲੀਜਨ ਦੇ ਅੰਦਰ ਜਿਹੜੀ 5 ਟਾਈਮ ਪ੍ਰੇਅਰ ਚੱਲਦੀ ਹੈ ਇੱਕ ਦਿਨ ਦੇ ਅੰਦਰ 5 ਟਾਈਮ ਜਿਹੜੀ ਪ੍ਰੇਅਰ ਚੱਲਦੀ ਹੈ ਕਹਿੰਦੇ ਉਹਨੂੰ ਕੀ ਕਿਹਾ ਗਿਆ। ਪਹਿਲਾ ਆਪਸ਼ਨ ਸਾਵਮ ਕਿਹਾ ਗਿਆ, ਦੂਜਾ पे ਜ਼ਾਕਤ ਬੋਲਿਆ ਗਿਆ, ਤੀਜਾ ਸਲਤ ਬੋਲਿਆ ਗਿਆ ਤਾਂ ਚੌਥਾ ਸ਼ਹਾਦਾ ਬੋਲਿਆ ਗਿਆ। ਤੇ ਬੜਾ ਈਜ਼ੀ ਜਿਹਾ ਕੁਐਸਚਨ ਹੈ ਹੁਣ ਤੇ ਸਾਰੇ ਬੱਚਿਆਂ ਨੂੰ ਮਤਲਬ ਆਂਦਾ ਹੀ ਹੈ। ਬੜੀ ਥਾਵਾਂ ਤੇ ਹੁੰਦਾ ਕੀ ਹੈ ਵੀ ਜਦੋਂ ਆਪਾਂ ਪੜ੍ਹਾਈ ਕਰਨੀ ਸ਼ੁਰੂ ਕਰਦੇ ਆ ਨਾ ਆਪਾਂ ਪੀਵਾਈਕਿਊ ਤੇ ਫੋਕਸ ਕਰਦੇ ਆ ਵੀ ਜਿੰਨੇ ਵੀ ਬੱਚੇ ਪੀਸੀਐਸ ਇਸ ਟਾਈਮ ਪ੍ਰਿਪੇਅਰ ਕਰ ਰਹੇ ਆ ਉਹਨਾਂ ਦਾ ਸਭ ਤੋਂ ਪਹਿਲਾ ਟਾਰਗੇਟ ਹੀ ਆਹੀ ਹੁੰਦਾ ਹੈ ਵੀ ਆਪਾਂ ਸਭ ਤੋਂ ਪਹਿਲਾਂ ਪੀਵਾਈਕਿਊਜ਼ ਕਰੀਏ ਤੇ ਉਸ ਦੇ ਹਿਸਾਬ ਦੇ ਨਾਲ ਵੈਸੇ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਬਟ ਫਿਰ ਵੀ ਐਜ਼ ਅ ਟੀਚਰ ਮੇਰੀ ਕੋਸ਼ਿਸ਼ ਆ ਹੈ ਕਿ ਤੁਸੀਂ ਉਹ ਵਾਲੇ ਟੌਪਿਕ ਤੇ ਜ਼ਿਆਦਾ ਫੋਕਸ ਕਰੋ ਜਿੱਥੋਂ ਕੁਐਸਚਨ ਬਣ ਸਕਦਾ ਹੈ। ਠੀਕ ਹੈ। ਤੇ ਆਨਸਰ ਬੇਟਾ ਤੁਹਾਨੂੰ ਪਤਾ ਹੀ ਹੈ ਵੀ ਆਨਸਰ ਹੈ ਜੀ ਇਸ ਦਾ ਸਾਵਮ, ਜ਼ਾਕਤ, ਸਲਤ ਤੇ ਚੌਥਾ ਸ਼ਹਾਦਾ। ਆਨਸਰ ਹੈ ਜੀ ਇਹਨਾਂ ਦੇ ਵਿੱਚੋਂ ਆਪਸ਼ਨ ਸੀ ਸਾਲਤ। ਸਾਲਤ ਕਿਹਾ ਜਾਂਦਾ ਹੈ ਜਦੋਂ 5 ਟਾਈਮ ਪ੍ਰੇਅਰ ਕੀਤੀ ਜਾਂਦੀ ਹੈ ਜਿਹੜਾ ਇਸਲਾਮਿਕ ਰਿਲੀਜਨ ਹੈ ਉਸ ਦੇ ਅੰਦਰ ਤੇ ਨਾ ਕੀ ਹੋ ਗਿਆ ਸਾਲਤ ਹੋ ਗਿਆ। ਕੁਐਸਚਨ ਨੰਬਰ 2 ਦੂਜੇ ਕੁਐਸਚਨ ਤੇ ਆਪਾਂ ਚੱਲੀਏ ਤੇ ਦੂਜਾ ਕੁਐਸਚਨ ਦੀ ਡਿਮਾਂਡ ਕੀ ਕਹਿ ਰਿਹਾ ਕਹਿੰਦੇ ਮੈਚ ਦਾ ਫੋਲੋਇੰਗ। ਤੁਹਾਨੂੰ ਆ ਕੁਐਸਚਨ ਮੋਸਟ ਇੰਪੋਰਟੈਂਟ ਕੁਐਸਚਨ ਹੁੰਦਾ ਹੈ ਐਵੇਂ ਦਾ ਜਿਹੜੇ ਬੰਦੇ ਨੇ ਜਿਹੜਾ ਲਿਟਰੇਰੀ ਵਰਕ ਕੀਤਾ ਹੈ ਮਤਲਬ ਲਿਖਣ ਦਾ ਕੰਮ ਕੀਤਾ ਹੈ ਉਹ ਕੰਮ ਕਿਹੜੇ ਰਾਈਟਰ ਨੇ ਲਿਖਿਆ ਹੈ ਜੀ ਜਾਂ ਫਿਰ ਕਿਹੜੇ ਰਾਜੇ ਦੇ ਟਾਈਮ ਤੇ ਕਿਹੜੇ ਰੂਲਰ ਦੇ ਟਾਈਮ ਤੇ ਕਿਹੜੇ ਰਾਜੇ ਦੇ ਟਾਈਮ ਤੇ ਉਹ ਕੰਮ ਹੋਇਆ। ਤੇ ਸਭ ਤੋਂ ਪਹਿਲਾਂ ਜੇ ਮੈਂ ਆਥਰਸ ਦੀ ਗੱਲ ਕਰਾਂ ਤੇ ਮਿਨਹਾਜ਼ ਉਲ ਸ਼ਿਰਾਜ਼ ਜੁਜ਼ਾਨੀ ਬੜਾ ਹੀ ਇੰਪੋਰਟੈਂਟ ਬੰਦਾ ਹੈ ਬਹੁਤ ਹੀ ਇੰਪੋਰਟੈਂਟ ਬੰਦਾ ਹੈ ਮਤਲਬ ਤਕਰੀਬਨ ਤੁਸੀਂ ਆ ਲਗਾ ਲਓ ਕਿ ਇਤਿਹਾਸ ਦੇ ਅੰਦਰੋਂ 5-10 ਕਿਤਾਬਾਂ ਇਹ ਕੱਲੇ ਬੰਦੇ ਦੀਆਂ ਹੈ ਮਿਨਹਾਜ਼ ਦੀਆਂ। ਤੇ ਮਿਨਹਾਜ਼ ਉਲ ਸ਼ਿਰਾਜ਼ ਜਿਹੜਾ ਸੀ ਆ ਸੀ ਇੱਕ ਪਰਸ਼ੀਅਨ ਪੋਇਟ। ਆ ਗੱਲ ਦਾ ਧਿਆਨ ਰੱਖਣਾ ਤੁਸੀਂ। ਠੀਕ ਹੈ। ਕੌਣ ਸੀ? ਪਰਸ਼ੀਅਨ ਪੋਇਟ। ਤੇ ਆ ਬੰਦੇ ਨੇ ਤਕਰੀਬਨ ਜਿੰਨੀਆਂ ਵੀ ਇਹਦੀਆਂ ਰਾਈਟਿੰਗਸ ਹੋਈਆਂ ਨੇ ਜਿੰਨੀਆਂ ਵੀ ਚੀਜ਼ਾਂ ਇਹਨੇ ਲਿਖੀਆਂ ਤਕਰੀਬਨ ਉਹਨੇ ਆਈਡੀਆਜ਼ ਦਿੱਤੇ ਹੈ। ਆਈਡੀਆਜ਼ ਕਿਸ ਚੀਜ਼ ਦੇ ਆਈਡੀਆਜ਼ ਦਿੱਤੇ ਵਿਊਜ਼ ਦਿੱਤੇ ਜਿੰਨੇ ਵੀ ਰੂਲ ਕਰਕੇ ਗਏ ਕਿਹੜੇ ਪੀਰੀਅਡ ਦੇ ਅੰਦਰ ਦਿੱਲੀ ਸਲਤਨਤ ਪੀਰੀਅਡ ਦੇ ਅੰਦਰ ਜਿੰਨੇ ਵੀ ਰੂਲਰਸ ਨੇ ਰੂਲ ਕੀਤਾ ਉਹਨਾਂ ਦੇ ਆਈਡੀਆਜ਼ ਕਿਵੇਂ ਦੇ ਸੀ ਤੇ ਆਈਡੀਆਜ਼ ਕਿਹੜੇ ਕੰਟੈਕਸਟ ਦੇ ਵਿੱਚ ਵੇਖਣੇ ਆਪਾਂ ਪੋਲਿਟੀਕਲ ਕੰਟੈਕਸਟ ਦੇ ਵਿੱਚ ਦੇਖਣੇ ਆ। ਠੀਕ ਹੈ ਜੀ। ਤੇ ਪੋਲਿਟੀਕਲ ਵਿਊਜ਼ ਜਿਹੜੇ ਸੀ ਤਕਰੀਬਨ ਦਿੱਲੀ ਸਲਤਨਤ ਪੀਰੀਅਡ ਦੇ ਜਿੰਨੇ ਵੀ ਰੂਲਰਸ ਹੋਏ ਨੇ ਉਹਨਾਂ ਦੇ ਜਿੰਨੇ ਵੀ ਆਈਡੀਆਜ਼ ਉਹਨਾਂ ਦੇ ਪੋਲਿਟੀਕਲ ਵਿਊਜ਼ ਤੇ ਆਪਾਂ ਆਪਣੇ ਐਡਮਿਨ ਨੂੰ ਚਲਾਣਾ ਕਿਵੇਂ ਹੈ ਇਹਨਾਂ ਤੇ ਤਕਰੀਬਨ ਜਿੰਨੀਆਂ ਰਾਈਟਿੰਗਸ ਨੇ ਉਹ ਸਾਰੀਆਂ ਦੀ ਸਾਰੀਆਂ ਆਹੀ ਪਰਸ਼ੀਅਨ ਪੋਇਟ ਜਿਸ ਪਰਸ਼ੀਅਨ ਪੋਇਟ ਦਾ ਨਾਂ ਕੀ ਹੋਇਆ ਮਿਨਹਾਜ਼ ਅਲ ਸ਼ਿਰਾਜ਼ ਜੁਜ਼ਾਨੀ ਆਹੀ ਬੰਦੇ ਨੇ ਤਕਰੀਬਨ ਮਤਲਬ ਮੇਜਰ ਜਿਹੜਾ ਕੰਮ ਸੀ ਆ ਇਸੀ ਬੰਦੇ ਨੇ ਕੀਤਾ। ਤੇ ਜੇ ਮੈਂ ਗੱਲ ਕਰਾਂ ਵੀ ਇਸ ਬੰਦੇ ਨੇ ਕੰਪਾਈਲ ਕੀ ਕੀਤਾ ਕੰਪਾਈਲ ਇਹਨਾਂ ਵਿੱਚੋਂ ਇਹਨੇ ਬੰਦੇ ਨੇ ਕੀਤੀ ਹੈ ਬੜੀ ਫੇਮਸ ਰਾਈਟਿੰਗ ਹੈ ਇਹਦੀ ਤਬਾਕਤ ਏ ਨਸੀਰੀ। ਤੇ ਪੁੱਛਿਆ ਵੀ ਜਾ ਸਕਦਾ ਹੈ ਕਿ ਤਬਾਕਤ ਏ ਨਸੀਰੀ ਜਿਹੜੀ ਸੀ ਉਹ ਕਿਹੜੇ ਪੋਇਟ ਨੇ ਲਿਖੀ ਮੋਰੱਕੋ ਦੇ ਪੋਇਟ ਨੇ ਲਿਖੀ ਪਰਸ਼ੀਅਨ ਪੋਇਟ ਨੇ ਲਿਖੀ ਅਰੇਬਿਕ ਪੋਇਟ ਨੇ ਲਿਖੀ ਜਾਂ ਫਿਰ ਨਨ ਆਫ ਦਾ ਅਬਵ। ਤਾਂ ਆਨਸਰ ਤੁਹਾਨੂੰ ਪਤਾ ਲੱਗ ਗਿਆ ਪਰਸ਼ੀਅਨ ਪੋਇਟ ਨੇ ਲਿਖੀ। ਉਸ ਤੋਂ ਬਾਅਦ ਤਬਾਕਤ ਏ ਨਸੀਰੀ ਕਿਸ ਚੀਜ਼ ਦੇ ਨਾਲ ਡੀਲ ਕਰਦੀ ਹੈ ਤੇ ਪੋਲਿਟੀਕਲ ਆਈਡੀਆਜ਼ ਪੋਲਿਟੀਕਲ ਵਿਊਜ਼ ਦਿੱਲੀ ਸਲਤਨਤ ਦੇ ਪੀਰੀਅਡ ਦੇ ਜਿਹੜੇ ਰੂਲਰ ਸੀ ਉਹਨਾਂ ਦੇ ਪੋਲਿਟੀਕਲ ਆਈਡੀਆਜ਼ ਤੇ ਪੋਲਿਟੀਕਲ ਵਿਊਜ਼ ਦਾ ਸਾਨੂੰ ਪਤਾ ਚੱਲਦਾ ਹੈ ਕਿਸ ਦੇ ਕੰਮ ਤੋਂ ਮਿਨਹਾਜ਼ ਅਲ ਸ਼ਿਰਾਜ਼ ਜੁਜ਼ਾਨੀ ਦੇ ਕੰਮ ਤੋਂ ਸਾਨੂੰ ਆ ਪਤਾ ਚੱਲਦਾ ਹੈ। ਠੀਕ ਹੈ। ਤੇ ਹੁਣ ਦੂਜਾ ਬੰਦਾ ਹੈ ਜ਼ਿਆਉਦੀਨ ਬਰਾਨੀ, ਤੀਜਾ ਬੰਦਾ ਹੈ ਇਸਾਮੀ, ਚੌਥਾ ਹੈ ਜੀ ਅਮੀਰ ਤੈਮੂਰ। ਦੇਖੋ ਜਦੋਂ ਇੱਕ ਦਾ ਪਤਾ ਲੱਗ ਜਾਵੇ ਨਾ ਬੰਦੇ ਨੂੰ ਫਿਰ ਬੰਦਾ ਆਪਸ਼ਨਾਂ ਦੇ ਵਿੱਚੋਂ ਢੂੰਡ ਸਕਦਾ ਹੈ। ਹੁਣ ਤੁਹਾਨੂੰ ਇਹਨਾਂ ਦਾ ਪਤਾ ਲੱਗ ਗਿਆ ਵੀ ਮਿਨਹਾਜ਼ ਉਲ ਸ਼ਿਰਾਜ਼ ਜੁਜ਼ਾਨੀ ਜਿਹੜਾ ਬੰਦਾ ਹੈ
ਇਹਨੇ ਕਿਹੜੀ ਬੁੱਕ ਲਿਖੀ ਹੈ? ਤਬਾਕਤ ਏ ਨਸੀਰੀ ਲਿਖੀ ਹੈ। ਤਾਂ ਕਹਿਣ ਦਾ ਮਤਲਬ ਹੈ ਤਬਾਕਤ ਏ ਨਸੀਰੀ। ਹੁਣ ਦੇਖੋ ਆਪਸ਼ਨਾਂ ਦੇ ਅੰਦਰ ਕਿੱਥੇ ਗਿਰ ਰਹੀ ਹੈ ਤੁਹਾਡੀ, ਤੇ ਆਨਸਰ ਆਪਾਂ ਵੇਖੀਏ ਤੇ ਆਨਸਰ ਹੈ ਜੀ ਆਪਸ਼ਨ ਸੀ, ਤਬਾਕਤ ਏ ਨਸੀਰੀ ਆਪਸ਼ਨ ਚ ਆ ਗਿਆ ਨੰਬਰ 3। ਉਸ ਤੋਂ ਬਾਅਦ ਆ ਗਿਆ ਜ਼ਿਆਉਦੀਨ ਬਰਾਨੀ ਨੇ ਲਿਖੀ ਹੈ ਕਿ ਫਤਵਾਏ ਜਹਾਂਦਰੀ। ਉਸ ਤੋਂ ਬਾਅਦ ਆ ਗਿਆ ਇਸਾਮੀ ਨੇ ਲਿਖੀ ਹੈ ਕਿ ਜੀ, ਇਸਾਮੀ ਦਾ ਆਨਸਰ ਆ ਗਿਆ ਤੁਹਾਡਾ ਫੁਤਹ ਉਲ ਸਲਤਨ। ਤੇ ਉਸ ਤੋਂ ਬਾਅਦ ਆ ਗਿਆ ਤੁਹਾਡਾ ਲਾਸਟ ਅਮੀਰ ਤੈਮੂਰ ਨੇ ਲਿਖੀ ਹੈ ਕਿਆ? ਮਲਫੂਜ਼ਤ ਏ ਤੈਮੂਰੀ। ਉਸਦੇ ਨਾਮ ਤੇ ਹੀ ਕਲੀਅਰ ਹੋ ਰਿਹਾ, ਇਧਰ ਨਾ ਤੈਮੂਰ ਲੱਗਿਆ ਤੇ ਉਧਰ ਨਾਲ ਤੈਮੂਰੀ ਲੱਗ ਗਿਆ। ਸਮਝ ਗਏ? ਚਲੋ ਹੁਣ ਆ ਜਾਓ ਇਸ ਤੋਂ ਬਾਅਦ ਮਿਨਹਾਜ ਨੂੰ, ਬਸ ਇੱਥੇ ਤੁਸੀਂ ਫੋਕਸ ਕਰਕੇ ਚੱਲਣਾ ਹੈ, ਬਾਕੀ ਬੰਦੇ ਐਡੇ ਇੰਪੋਰਟੈਂਟ ਨਹੀਂ ਹੈ। ਮਿਨਹਾਜ ਬੰਦੇ ਦੀ ਰਾਈਟਿੰਗ ਤਕਰੀਬਨ ਪੇਪਰਾਂ ਦੇ ਅੰਦਰ ਪੁੱਛੀ ਜਾਂਦੀ ਹੈ, ਠੀਕ ਹੈ। ਚਲੋ ਨੈਕਸਟ ਤੇ ਆ ਜਾਓ। ਨੈਕਸਟ ਅਗਲਾ ਕੁਐਸਚਨ ਕੀ ਕਹਿ ਰਿਹਾ? ਮਨਸੂਰ ਆ ਬੰਦਾ ਸੀ ਇੱਕ ਕੋਟ ਪੇਂਟਰ ਸੀ, ਇਹ ਕਿਸ ਦੇ ਦਰਬਾਰ ਦਾ? ਜਹਾਂਗੀਰ। ਤੇ ਤਦ ਤੁਹਾਨੂੰ ਪਤਾ ਹੀ ਹੈ ਕਿ ਮੁਗਲ ਰੂਲਰ ਜਿਹੜਾ ਸੀ ਜਹਾਂਗੀਰ। ਹੁਣ ਆ ਮੁਗਲ ਰੂਲਰ ਜਹਾਂਗੀਰ, ਪਹਿਲੀ ਗੱਲ ਤਾਂ ਮੁਗਲ ਰੂਲਰ ਸੀ, ਠੀਕ ਹੈ। ਤੇ ਦੂਜੀ ਗੱਲ ਜਹਾਂਗੀਰ ਦੀ ਜਿਹੜੀ ਟੌਮ ਸੀ ਆ ਕਿੱਥੇ ਬਣੀ? ਬੜਾ ਇੰਪੋਰਟੈਂਟ ਕੁਐਸਚਨ ਹੈ ਵੀ ਜਹਾਂਗੀਰ ਦੀ ਟੌਮ ਕਿੱਥੇ ਸੀ। ਹੁਣ ਦੇਖੋ ਤੁਸੀਂ ਲਰਨ ਕਿਵੇਂ ਕਰਨਾ। ਜਹਾਂਗੀਰ, जहां मतलब जिस जगह पे, गिर मतलब गिरा, मतलब जहां गिरा, आप जिथे आ गिरिया बंदा उत्थे ਇਹਦੇ ਸੱਟ ਲੱਗੀ ਤੇ ਅੰਦਰੋਂ ਕੀ ਨਿਕਲ ਗਿਆ? ਲਹੂ ਨਿਕਲ ਗਿਆ। ਜਹਾਂ ਗਿਰਾ मतलब ਜਿੱਥੇ ਜਿਹੜੀ ਥਾਂ ਤੇ ਆ ਗਿਰਿਆ ਬੰਦਾ ਉੱਥੇ ਗਿਰ ਕੇ ਇਹਦੇ ਸੱਟ ਲੱਗੀ ਤੇ ਅੰਦਰੋਂ ਲਹੂ ਨਿਕਲ ਗਿਆ, मतलब ਖੂਨ ਨਿਕਲ ਗਿਆ। ਤੇ ਲਹੂ ਤੋਂ ਤੁਸੀਂ ਕੀ ਯਾਦ ਰੱਖਣਾ? ਲਾਹੌਰ ਯਾਦ ਰੱਖਣਾ। ਬੜਾ ਇੰਪੋਰਟੈਂਟ ਚੀਜ਼ ਹੈ ਜਹਾਂਗੀਰ ਦੀ ਜਿਹੜੀ ਟੌਮ ਹੈ। ਤਕਰੀਬਨ ਬੱਚੇ ਭੁੱਲ ਜਾਂਦੇ ਆ, ਬਟ ਆ ਮੈਥਸ ਦੇ ਫੋਲੋਇੰਗ ਕਰਕੇ ਕੁਐਸਚਨ ਬਣਦਾ ਹੈ। ਤੇ ਜਹਾਂਗੀਰ ਦੀ ਆਪਾਂ ਜੇ ਕਰ ਲਈ ਤੇ ਜਹਾਂਗੀਰ ਦੇ ਨਾਲ ਨਾਲ ਫਿਰ ਆਪਾਂ ਸ਼ਾਹਜਹਾਂ ਵੀ ਵੇਖ ਲੈਂਦੇ ਆ। ਤਾਂ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ, ਵੈਸੇ ਤਾਂ ਆ ਵੀ ਤੁਹਾਨੂੰ ਪਤਾ ਹੀ ਹੈ ਸ਼ਾਹਜਹਾਂ ਦਾ ਕਿੱਥੇ ਹੈ ਟੌਮ, ਤੁਹਾਨੂੰ ਪਤਾ ਹੀ ਹੈ। ਅੱਛਾ ਗੱਲ ਮੈਂ ਕਰਾਂ ਔਰੰਗਜ਼ੇਬ ਦੀ। ਔਰੰਗਜ਼ੇਬ ਦੀ ਜਿਹੜੀ ਟੌਮ ਹੈ ਉਹ ਕਿੱਥੇ ਹੈ? ਯਾਦ ਕਿਵੇਂ ਕਰਨਾ? ਔਰੰਗਜ਼ੇਬ, ਜੇਬ मतलब पॉकेट है ना, पॉकेट ਦੇ ਅੰਦਰ ਆਪਾਂ ਕੀ ਰੱਖਦੇ ਆ? ਦੌਲਤ ਰੱਖਦੇ ਆ। ਤੇ ਦੌਲਤ ਤੋਂ ਕੀ ਬਣ ਗਿਆ ਆਨਸਰ? ਦੌਲਤਾਬਾਦ। ਦੌਲਤਾਬਾਦ ਦੇ ਅੰਦਰ ਮਿਲੂਗੀ ਤੁਹਾਨੂੰ ਕੀ ਮਿਲੂਗੀ? ਕਿਸ ਦੀ ਟੌਮ ਮਿਲੂਗੀ? ਔਰੰਗਜ਼ੇਬ ਦੀ ਟੌਮ ਮਿਲੂਗੀ, ਠੀਕ ਹੈ। ਅੱਛਾ ਹੁਣ ਆਪਾਂ ਸਿੱਧੇ ਕੁਐਸਚਨ ਤੇ ਆਨੇ ਆ। ਮਨਸੂਰ ਕਹਿੰਦੇ ਇੱਕ ਕੋਰਟ ਪੇਂਟਰ ਸੀ ਜਹਾਂਗੀਰ ਦੇ ਦਰਬਾਰ ਦਾ, ਜਿਹੜਾ ਕਿ ਫੇਮਸ ਹੋਇਆ ਪੇਂਟਿੰਗ ਲਈ। ਵਿਚ ਆਫ ਦ ਫੋਲੋਇੰਗ, ਕਿਹੜੀ ਪੇਂਟਿੰਗ ਲਈ ਜ਼ਿਆਦਾ ਫੇਮਸ ਹੋਇਆ? ਪਹਿਲਾ ਹਿਸਟੋਰੀਕਲ ਮੋਨੂਮੈਂਟਸ ਦੀ पेंटिंग ਲਈ, ਹਿਊਮਨ ਪੋਰਟਰੇਟਸ ਬਣਾਉਂਦਾ ਸੀ ਉਸ ਕਰਕੇ ਜ਼ਿਆਦਾ ਫੇਮਸ ਹੋ ਗਿਆ, ਲੈਂਡਸਕੇਪ ਕਰਕੇ ਹੋ ਗਿਆ, ਜਾਂ ਫਿਰ ਪਲਾਂਟ ਬਰਡਸ ਤੇ ਐਨੀਮਲ। ਮੋਸਟ ਇੰਪੋਰਟੈਂਟ ਕੁਐਸਚਨ, ਜਿੰਨੇ ਸਟਾਰ ਲਗਾ ਸਕਦੇ ਹੋ ਨਾ ਉਨੇ ਸਟਾਰ ਲਗਾ ਲਓ। ਮਨਸੂਰ ਐਡਾ ਇੰਪੋਰਟੈਂਟ ਬੰਦਾ ਹੈ। ਤੇ ਆਨਸਰ ਸਾਡਾ ਆ ਗਿਆ ਆਪਸ਼ਨ ਡੀ ਆਨਸਰ ਇਸ ਦਾ ਰਾਈਟ ਆਨਸਰ ਹੋਊਗਾ। ਤੇ ਜੇਕਰ ਮੈਂ ਗੱਲ ਕਰਾਂ ਇਸ ਤੋਂ ਇਲਾਵਾ ਮਨਸੂਰ ਤੋਂ ਇਲਾਵਾ ਹੋਰ ਕੋਈ ਪੇਂਟਰ ਸੀ ਜਹਾਂਗੀਰ ਦੇ ਦਰਬਾਰ 'ਚ? ਬਿਲਕੁਲ ਸੀ। ਅਦਰ ਪੇਂਟਰਸ ਦੇ ਅੰਦਰ ਇੱਕ ਤੁਸੀਂ ਨਾਂ ਯਾਦ ਰੱਖਣਾ, ਗੋਵਰਧਨ। ਕੀ ਨਾਂ ਯਾਦ ਰੱਖਣਾ? ਗੋਵਰਧਨ। ਦੂਜਾ ਤੁਸੀਂ ਯਾਦ ਰੱਖਣਾ ਦੌਲਤ। ਸਿੱਧਾ ਹੈ, ਦੌਲਤਾਬਾਦ ਨਹੀਂ ਮੈਂ ਦੱਸ ਰਹੀ ਹਾਂ, ਦੌਲਤ ਦੱਸ ਰਹੀ ਹਾਂ। ਪਹਿਲਾ ਬੰਦਾ ਤਾਂ ਹੋ ਗਿਆ ਜਿਹੜਾ ਜ਼ਿਆਦਾ ਮੋਸਟ ਇੰਪੋਰਟੈਂਟ ਆ, ਉਹ ਹੈ ਤੁਹਾਡਾ ਮਨਸੂਰ। ਮਨਸੂਰ ਤੋਂ ਇਲਾਵਾ ਜਿਹੜਾ ਦੂਜਾ ਬੰਦਾ ਹੈ ਗੋਵਰਧਨ। ਗੋਵਰਧਨ ਤੋਂ ਇਲਾਵਾ ਦੌਲਤ ਹਸਨ ਤੇ ਇੱਕ ਬੰਦਾ ਹੋਰ ਹੈ ਜੀ। ਦੇਖੋ ਵੈਸੇ ਤਾਂ ਤਕਰੀਬਨ ਮਨਸੂਰ ਦੇ ਬੇਸ ਤੇ ਕੁਐਸਚਨ ਪੁੱਟ ਕੀਤਾ ਜਾਂਦਾ ਹੈ, ਬਟ ਇੱਕ ਬੰਦਾ ਤੁਸੀਂ ਹੋਰ ਯਾਦ ਰੱਖਣਾ, ਨਾ ਹੈ ਉਸਦਾ ਅਬਦੁਲ ਹਸਨ। ਕੀ ਨਾਮ ਦੱਸਿਆ? ਅਬਦੁਲ ਹਸਨ। ਜੇਕਰ ਪੇਂਟਰਸ ਦੇ ਉੱਪਰ ਕੁਐਸਚਨ ਆਂਦਾ ਹੈ ਆ ਚਾਰ ਬੰਦਿਆਂ ਦੀ ਪੇਂਟਿੰਗ ਤੇ ਕੁਐਸਚਨ ਬਣਦਾ ਹੈ। ਗੋਵਰਧਨ ਕਾਫੀ ਇੰਪੋਰਟੈਂਟ ਹੈ ਤੇ ਅਬਦੁਲ ਹਸਨ ਕਾਫੀ ਇੰਪੋਰਟੈਂਟ ਹੈ। ਇਹਨੂੰ ਵਿਚਾਰੇ ਨੂੰ ਦੌਲਤ ਨੂੰ ਕੋਈ ਜ਼ਿਆਦਾ ਪੁੱਛਦਾ ਨਹੀਂ। ਤੇ ਮਨਸੂਰ ਹੋ ਗਿਆ, ਅਬਦੁਲ ਹਸਨ ਹੋ ਗਿਆ ਤੇ ਇੱਕ ਹੋ ਗਿਆ ਕੌਣ? ਗੋਵਰਧਨ। ਆ ਸਾਰੇ ਦੇ ਸਾਰੇ ਕੌਣ ਸੀ? ਪੇਂਟਰ ਸੀ। ਕਿਸ ਦੇ ਦਰਬਾਰ ਦੇ? ਜਹਾਂਗੀਰ ਦੇ ਦਰਬਾਰ ਦੇ। ਜਹਾਂਗੀਰ ਦੀ ਟੌਮ ਕਿੱਥੇ ਬਣੀ ਹੈ? ਲਾਹੌਰ ਬਣੀ ਹੈ। ਉਸ ਤੋਂ ਬਾਅਦ ਜੇਕਰ ਕੁਝ ਸ਼ਾਹਜਹਾਂ ਦੀ, ਤੁਹਾਨੂੰ ਪਤਾ ਹੀ ਹੈ ਤਾਜ ਮਹਿਲ ਹੈ, ਜਿੱਥੇ ਤਾਜ ਮਹਿਲ ਹੈ मतलब आगरा, उत्थे ही जहांगीर दी शाहजहां दी टॉम। औरंगजेब ते लर्न किवें कीता? जेब। जेब मतलब पॉकेट। पॉकेट दे अंदर आपां की रखदे हां? दौलत। ते दौलत तो की बन गया? दौलताबाद बन गया, ठीक है। चलो ते आंसर आ गया साडा ऑप्शन डी, प्लांट बर्ड ते एनिमल दी पेंटिंग दे नाल ही काफी फेमस होया कौन? मंसूर काफी फेमस होया। अगले क्वेश्चन ते चलदे हां। की कह रहा क्वेश्चन? कहंदा देयर आर 5 मेजर पॉलिटिकल सेंटर इन मौर्यन एम्पायर। सब तो पहली गल तां हो रही है किस एम्पायर दी? मौर्यन एम्पायर दी। हुण मौर्यन एम्पायर दा जिहड़ा सब तो पहला रूलर सी, जिहड़ा सी इसदा फाउंडर, नाम सी उसदा चंद्रगुप्त मौर्य, जिसदा नाम काफी फेमस होया। हुण चंद्रगुप्त मौर्य ते दो तीन क्वेश्चन थोड़े रेलेवेंट जे क्वेश्चन
ਉਹ ਸੁਣ ਲਓ ਜ਼ਰਾ। ਚੰਦਰਗੁਪਤ ਮੌर्य ਦੇ ਕੰਟੈਕਸਟ ਦੇ ਵਿੱਚ ਤੁਸੀਂ ਇੱਕ ਫਾਰਮੂਲਾ ਯਾਦ ਰੱਖਣਾ ਛੋਟਾ ਜਿਹਾ। ਤੁਸੀਂ ਐਵੇਂ ਯਾਦ ਰੱਖਣਾ ਕਿ ਚੰਦਰਗੁਪਤ ਮੌर्य ਕੀ ਚਲਾਉਂਦਾ ਸੀ? JCB ਚਲਾਉਂਦਾ ਸੀ। ਕੀ ਚਲਾਉਂਦਾ ਸੀ? JCB। ਮੈਨੂੰ ਪਤਾ ਹੈ ਵੀ ਤੁਹਾਨੂੰ ਹਾਸਾ ਆ ਰਿਹਾ ਹੋਣਾ ਵੀ ਮੈਡਮ ਕੀ ਲਿਖੀ ਜਾ ਰਹੀ ਹੈ, ਬਟ ਧਿਆਨ ਨਾਲ ਸੁਣੋ, ਐਵੇਂ ਯਾਦ ਰੱਖ ਲੈਣਾ ਸੱਚੀ ਨੂੰ ਚਲਾਉਂਦਾ ਨਹੀਂ ਸੀ। ਸਮਝ ਗਏ? ਸੱਚੀ ਨੂੰ ਚਲਾਉਂਦਾ ਨਹੀਂ ਸੀ, ਬਟ ਤੁਸੀਂ ਯਾਦ ਰੱਖਣਾ ਚੰਦਰਗੁਪਤ ਮੌर्य ਕੀ ਚਲਾਉਂਦਾ ਸੀ? JCB। ਇਸ ਦਾ ਮਤਲਬ ਕੀ ਹੋਇਆ ਵੀ ਚੰਦਰਗੁਪਤ ਮੌर्य ਦਾ ਇੱਕ ਕੁਐਸਚਨ ਬਣ ਗਿਆ ਵੀ ਭਾਈ ਇਸ ਬੰਦੇ ਦਾ ਰਿਲੀਜਨ ਕੀ ਸੀ? ਜੈਨ। ਦੂਜਾ ਆ ਗਿਆ ਸੀ ਤੋਂ ਆ ਗਿਆ ਇਸ ਦੇ ਗੁਰੂ ਦਾ ਨਾ ਹੋਇਆ ਜਿਸ ਦਾ ਚਾਣक्य ਨੂੰ ਹੀ ਅਗਲਾ ਨਾਂ ਦਿੱਤਾ ਗਿਆ ਕੌਟਿल्य ਨੂੰ ਹੀ ਅਗਲਾ ਨਾਂ ਦਿੱਤਾ ਗਿਆ ਵਿਸ਼ਨੂੰ ਗੁਪਤਾ। ਚਾਣक्य, ਕੌਟਿल्य ਤੇ ਵਿਸ਼ਨੂੰ ਗੁਪਤਾ। ਤੇ ਇਸ ਬੇਸ ਤੇ ਕੁਐਸਚਨ ਕੀ ਬਣ ਗਿਆ ਵੀ ਭਾਈ ਜਿਹੜਾ ਚੰਦਰਗੁਪਤ ਮੌर्य ਸੀ ਇਸ ਬੰਦੇ ਦਾ ਪੋਲਿਟੀਕਲ ਗੁਰੂ ਕੌਣ ਸੀ? ਤੇ ਪੋਲਿਟੀਕਲ ਗੁਰੂ ਕੌਣ ਹੋ ਗਿਆ? ਚਾਣक्य। ਜੇ ਤੋਂ ਹੋ ਗਿਆ ਚੰਦਰਗੁਪਤ ਮੌर्य ਦਾ ਰਿਲੀਜਨ ਜੈਨਿਜ਼ਮ, ਸੀ ਤੋਂ ਹੋ ਗਏ ਇਹਨਾਂ ਦੇ ਪੋਲਿਟੀਕਲ ਗੁਰੂ। ਤਿੰਨੇ ਨਾਮ ਮੈਂ ਦੱਸ ਦਿੱਤੇ, ਬੰਦਾ ਇੱਕ ਹੈ ਨਾ ਉਸ ਗੁਰੂ ਦੇ ਤਿੰਨ ਨੇ। ਤੇ ਇੱਕ ਹੋ ਗਿਆ ਚਾਣक्य, ਦੂਜਾ ਕੌਟਿल्य, ਤੀਜਾ ਵਿਸ਼ਨੂਗੁਪਤ। ਤੀਜੀ ਗੱਲ ਕੀ ਆ ਗਈ? ਬੀ। ਹੁਣ ਬੀ ਤੋਂ ਆ ਗਿਆ ਉਹ ਗੁਰੂ ਦਾ ਨਾਮ ਜਿਹੜਾ ਗੁਰੂ ਸਪਿਰਿਚੁਅਲ ਗੁਰੂ ਬਣਿਆ ਕਿਸ ਦਾ? ਚੰਦਰਗੁਪਤ ਮੌर्य ਦਾ। ਨਾ ਹੋਇਆ ਜੀ ਉਸ ਗੁਰੂ ਦਾ ਭਦਰ ਬਾਹੂ। ਕੀ ਨਾ ਦੱਸਦਾ? ਭਦਰ। ਤਾਂ ਤੁਹਾਡੇ ਤਿੰਨ ਦੇ ਤਿੰਨ ਕੁਐਸਚਨ JCB ਫਾਰਮੂਲਾ ਦੇ ਨਾਲ ਸੋਲਵ ਹੋ ਰਹੇ ਆ ਚੰਦਰਗੁਪਤ ਮੌर्य ਦੇ ਕੰਟੈਕਸਟ ਦੇ ਵਿੱਚ। ਜ਼ਿਆਦਾ ਇੰਪੋਰਟੈਂਟ ਚੀਜ਼ ਹੈ, ਠੀਕ ਹੈ। ਅੱਛਾ, ਉਸ ਤੋਂ ਬਾਅਦ ਕੀ ਪੁੱਛਿਆ ਜਾ ਰਿਹਾ? ਹੁਣ ਕਹਿੰਦੇ देयर आर 5 ਮੇਜਰ ਪੋਲਿਟੀਕਲ ਸੈਂਟਰ ਇਨ ਦਾ ਮੌर्यन ਐਮਪਾਇਰ। ਮੌर्यन ਐਮਪਾਇਰ ਦੇ ਅੰਦਰ ਜਿਹੜੀ ਇੰਪੋਰਟੈਂਟ ਚੀਜ਼ ਬਣ ਰਹੀ ਸੀ ਆਪਾਂ ਇਸ ਕੁਐਸਚਨ ਤੋਂ ਲੱਗ ਰਿਹਾ ਸੀ ਤੁਹਾਨੂੰ ਵੀ ਇੰਪੋਰਟੈਂਟ ਹੈ, ਇਹ ਆਪਾਂ ਨਾਲ ਡਿਸਕਸ ਕਰ ਲਈ। ਇਨਕਲੂਡਿੰਗ ਦਾ ਕੈਪੀਟਲ ਪਾਟਲੀਪੁੱਤਰ। ਹੁਣ ਪਾਟਲੀਪੁੱਤਰ ਜਿਹੜਾ ਸੀ ਅਬ ਬਸਾਇਆ ਕਿਸ ਨੇ ਸੀ? ਆਨਸਰ ਉਦयन। ਤੁਹਾਨੂੰ ਆਲਰੇਡੀ ਪਤਾ ਹੀ ਹੈ ਉਦयन। ਤੇ ਪਾਟਲੀਪੁੱਤਰਾ ਦਾ ਅੱਜ ਦਾ ਨਾਂ ਕੀ ਹੈ? ਪੁਰਾਣਾ ਪਟਨਾ। ਪਾਟਲੀਪੁੱਤਰਾ ਨੂੰ ਆਪਾਂ ਅੱਜ ਦੇ ਡੇਟ ਕੀ ਕਿਸ ਨਾਂ ਤੇ ਜਾਣਦੇ ਆ? ਪੁਰਾਣਾ ਪਟਨਾ ਦੇ। ਉਦयन ਨੇ ਇਸ ਨੂੰ ਸੈਟਅਪ ਕੀਤਾ ਸੀ ਪਾਟਲੀਪੁੱਤਰਾ ਨੂੰ। ਤੇ ਉਸ ਤੋਂ ਬਾਅਦ ਅੱਜ ਦਾ ਪੁਰਾਣਾ ਨਾਂ ਕੀ ਹੋ ਗਿਆ? ਅੱਜ ਦਾ ਨਾਂ ਕੀ ਹੋ ਗਿਆ? ਪੁਰਾਣਾ ਪਟਨਾ। ਐਂਡ 4 provincial centers. Which one of the following is not amongst these provincial centers? ਪੁੱਛਿਆ ਜਾ ਰਿਹਾ ਤੇ ਕਹਿੰਦੇ 5 ਮੇਜਰ ਪੋਲਿਟੀਕਲ ਸੈਂਟਰ ਸੀ ਜਿਸ ਦੇ ਅੰਦਰੋਂ ਇੱਕ ਆਪਸ਼ਨ ਆ ਗਿਆ ਤੇ ਕੌਸ਼ੰਬੀ ਕਹਿੰਦੇ ਨਹੀਂ ਸੀ, ਜਾਂ ਸੀ ਉਜੈਨੀ, ਤੋਸਾਲੀ ਜਾਂ ਫਿਰ ਸੁਵਰਣਗਿਰੀ। ਤੇ ਹੁਣ ਹੈ ਜੀ ਇਸ ਦਾ ਆਨਸਰ ਆਪਸ਼ਨ ਏ ਤੇ ਕੌਸ਼ੰਬੀ ਨਹੀਂ ਸੀ ਜੀ। ਇਹ ਹੁਣ ਦੇਖੋ ਟੋਟਲ ਕਿੰਨੇ ਦੱਸੇ ਨੇ ਇੱਥੇ? 5 ਪੋਲਿਟੀਕਲ ਸੈਂਟਰ ਦੱਸੇ ਨੇ। ਪੰਜਾਂ ਵਿੱਚੋਂ ਥੱਲੇ ਤੋਂ ਸ਼ੁਰੂ ਹੋ ਜਾਓ। ਇੱਕ ਹੋ ਗਿਆ ਸੁਵਰਣਗਿਰੀ, ਦੂਜਾ ਹੋ ਗਿਆ ਤੋਸਾਲੀ ਹੈਗਾ ਸੀ, 2 ਹੋ ਗਏ, ਤੀਜਾ ਉਜੈਨੀ 3 ਹੋ ਗਏ, ਚੌਥਾ ਆ ਗਿਆ ਪਾਟਲੀਪੁੱਤਰ 4 ਹੋ ਗਏ, ਤੇ ਪੰਜਵਾਂ ਕਿਹੜਾ ਸੀ? ਕੁਐਸਚਨ ਬਣ ਗਿਆ ਵੀ 4 ਦਾ ਸੈਂਟਰ ਤੁਹਾਨੂੰ ਪਤਾ ਲੱਗ ਗਿਆ ਵੀ 4 ਮੇਜਰ ਸੈਂਟਰ ਆ ਸੀ, ਤੇ ਪੰਜਵਾਂ ਕਿਹੜਾ ਸੀ? ਤੇ ਪੰਜਵਾਂ ਜਿਹੜਾ ਕੌਸ਼ੰਬੀ ਦੀ ਜਗ੍ਹਾ ਆਣਾ ਸੀ ਉਹ ਆਣਾ ਸੀ ਟੈਕਸਲਾ। ਉਹੀ ਟੈਕਸਲਾ ਜਿਸ ਨੂੰ ਤੁਸੀਂ ਤક્ષशिला ਦੇ ਨਾਮ ਤੋਂ ਜਾਣਦੇ ਹੋ, ਠੀਕ ਹੈ। ਇੰਗਲਿਸ਼ ਗੱਲ ਕਰੀਏ ਆਪਾਂ ਟੈਕਸਲਾ ਬੋਲਾਂਗੇ, ਉਵੇਂ ਆਪਾਂ ਗੱਲ ਕਰ ਰਹੇ ਤਾਂ ਤક્ષशिला ਬੋਲਾਂਗੇ। ਤੇ 5 ਮੇਜਰ ਸੈਂਟਰ ਵੀ ਤੁਹਾਨੂੰ ਪਤਾ ਲੱਗ ਗਏ ਤੇ ਕੁਐਸਚਨ ਦਾ ਆਨਸਰ ਵੀ ਪਤਾ ਲੱਗ ਗਿਆ। ਕੌਸ਼ੰਬੀ ਇੱਥੇ ਨਹੀਂ ਆਊਗਾ, ਕੌਸ਼ੰਬੀ ਦੀ ਜਗ੍ਹਾ ਆਨਸਰ ਕੀ ਆਣਾ ਸੀ? ਟੈਕਸਲਾ ਜੇ ਹੁੰਦਾ ਤਾਂ 5 ਮੇਜਰ ਸੈਂਟਰ ਪੂਰੇ ਹੋ ਜਾਣੇ ਸੀ। ਪਹਿਲਾ ਪਾਟਲੀਪੁੱਤਰ, ਦੂਜਾ ਟੈਕਸਲਾ, ਤੀਜਾ ਉਜੈਨੀ, ਚੌਥਾ ਤੋਸਾਲੀ ਤੇ ਪੰਜਵਾਂ ਸੁਵਰਣਗਿਰੀ। ਆਈ ਥਿੰਕ ਜਿੰਨੇ ਆਪਾਂ ਚੀਜ਼ ਕੀਤੀ ਹੈ, ਜਿੰਨੀ ਕੁ ਮਤਲਬ ਮੇਰੀ ਕੋਸ਼ਿਸ਼ ਹੈ ਕਿ ਥੋੜਾ ਬਹੁਤਾ ਜਿੰਨਾ ਹੋ ਸਕੇ। ਵੈਸੇ ਦਾ ਮੇਨ ਤਾਂ ਇਹੀ ਹੈ ਵੀ ਡਿਸਕਸ ਕਰਨੇ ਆਪਾਂ PYQ, ਬਟ ਮੇਰੀ ਕੋਸ਼ਿਸ਼ ਆ ਹੈ ਕਿ PYQ ਦੇ ਆਨਸਰ ਤਾਂ ਤੁਹਾਨੂੰ ਬੇਟਾ ਪਤਾ ਹੀ ਹੋਣੇ ਕਿਉਂਕਿ ਤੁਸੀਂ ਆਲਰੇਡੀ PYQ ਪ੍ਰੈਕਟਿਸ ਕੀਤੇ ਹੋਣੇ ਆ। ਬਟ ਆ ਹੈ ਕਿ ਜੇ PYQ ਦੇ ਨਾਲ ਨਾਲ ਸਾਨੂੰ 4-5 ਚੀਜ਼ਾਂ ਥੋੜੀਆਂ ਹੋਰ ਪਤਾ ਚੱਲ ਜਾਣ ਤਾਂ ਸ਼ਾਇਦ ਤੋਂ ਜਿਹੜਾ ਆਪਾਂ 15-20 ਮਿੰਟ ਤੁਸੀਂ ਮੈਨੂੰ ਆਪਣੇ ਡੈਡੀਕੇਟ ਕਰਨੇ ਹੈ ਉਹ ਸ਼ਾਇਦ ਤੋਂ ਪ੍ਰਵਾਨ ਚੜ ਜਾਣਗੇ, ਠੀਕ ਹੈ। ਤਾਂ ਬਸ ਆਹੀ ਕੋਸ਼ਿਸ਼ ਹੈ। ਅਗਲਾ ਕੁਐਸਚਨ ਕੀ ਹੈ? ਕੰਸੀਡਰ ਦ ਫੋਲੋਇੰਗ ਸਟੇਟਮੈਂਟਸ। Prabhavati Gupta was the daughter of one of the most important rulers in early Indian history, Chandragupta first. ਪਹਿਲੇ ਦੀ ਗੱਲ ਤਾਂ ਇੱਥੇ ਸਾਨੂੰ ਪਤਾ ਲੱਗੀ ਵੀ ਇਸ ਕੁਐਸਚਨ ਚ ਕਮੀ ਕੀ ਹੈ। ਅਗਲਾ ਬਣ ਗਿਆ she was married into the ruling family of Vakatakas who were powerful in the Deccan. ਅੱਗੇ ਕੀ ਪੁੱਛਿਆ ਗਿਆ? which of the above mentioned statement is are correct? only option 1, only option 2, both 1 and 2, ਤੇ ਨਾ option 1 ਨਾ option 2। ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਵੀ ਜਦੋਂ ਨਾਰਥ ਦੇ ਵਿੱਚ ਗੁਪਤਾ ਫੈਮਿਲੀ ਕਰ ਰਹੀ ਸੀ ਰੂਲ, ਸੇਮ ਟਾਈਮ ਦੇ ਅੰਦਰ ਜਿਹੜਾ ਕੰਟੈਂਪਰੇਰੀ ਪੀਰੀਅਡ ਸੀ ਉਸ ਪੀਰੀਅਡ ਦੇ ਅੰਦਰ
ਜਿਹੜੀ ਚੱਲ ਰਹੀ ਸੀ ਡਾਇਨੈਸਟੀ, ਉਹ ਡਾਇਨੈਸਟੀ ਬਿਲਕੁਲ ਰਾਈਟ ਦਿੱਤੀ ਗਈ ਹੈ। ਤੇ ਕਿਹੜੀ ਡਾਇਨੈਸਟੀ ਹੋ ਗਈ ਜੀ? ਵਾਕਾਟਾਕਾਸ। कौन हो गए? वाकाटाकास। पहला तो क्वेश्चन बन गया कि गुप्ता डायनेस्टी जो रूल कर रही सी नॉर्थ इंडिया के अंदर, सेम उस टाइम तो केड़ी एवें दे बंदे सी जेड़े कि साउथ दे अंदर रूल कर रहे सी, तो वो कौन हो गए? वाकाटाकास। अगला क्वेश्चन की बन गया कि इनका रूल करने का टाइम की सी? ते 3rd तो 5th सेंचुरी BC, 3 तो लैके 5 सेंचुरी BC, 3rd तो 5th सेंचुरी BC ਦੇ ਅੰਦਰ ਇਹ ਰੂਲ ਕਰ ਰਹੇ ਸੀ। ਤੇ ਹੁਣ ਗੱਲ ਕੀਤੀ ਜਾ ਰਹੀ ਹੈ ਪਹਿਲੇ ਪੁਆਇੰਟ ਦੇ ਅੰਦਰ ਕਿਸ ਦਾ ਨਾਮ ਲਿੱਤਾ ਗਿਆ ਹੈ? ਪ੍ਰਭਾਵਤੀ ਗੁਪਤਾ ਦਾ ਨਾਮ ਲਿੱਤਾ ਗਿਆ ਹੈ। ਤੇ ਭਾਈ ਜਿੱਥੋਂ ਸਾਡੀਆਂ ਸਾਰੀਆਂ ਚੀਜ਼ਾਂ ਇੱਥੋਂ ਹੀ ਕਲੀਅਰ ਹੋ ਜਾਣੀਆਂ। ਹੁਣ ਮੈਂ ਪ੍ਰਭਾਵਤੀ ਗੁਪਤਾ ਦੇ ਮਦਰ ਤੇ ਫਾਦਰ ਦੀ ਗੱਲ ਕਰਦੀ ਹਾਂ। ਜੇ ਮੈਂ ਗੱਲ ਕਰਾਂ ਫਾਦਰ ਦੀ, ਇੱਥੇ ਕੀ ਲਿਖਿਆ ਹੈ? ਚੰਦਰਗੁਪਤ ਫਸਟ, तर ਕੀ ਆਨਸਰ ਹੋਣਾ ਸੀ? ਚੰਦਰਗੁਪਤ ਸੈਕੰਡ। ਉਸ ਤੋਂ ਬਾਅਦ ਮਦਰ ਦਾ ਨਾਮ ਤੇ ਉਹਨਾਂ ਦਾ ਨਾਮ ਸੀ ਜੀ ਕੁਬੇਰ ਨਾਗਾ, ਤੇ ਕੁਬੇਰ ਨਾਗਾ ਤੇ ਨਾਲ ਕੌਣ ਹੋ ਗਏ? ਚੰਦਰਗੁਪਤ ਸੈਕੰਡ। ਇਹਨਾਂ ਦੋਵਾਂ ਦੀ ਜਿਹੜੀ ਧੀ ਸੀ ਉਸਦਾ ਨਾਮ ਕੀ ਸੀ? ਪ੍ਰਭਾਵਤੀ ਗੁਪਤਾ। ਇਸ ਦਾ ਮਤਲਬ ਕੀ ਹੋ ਰਿਹਾ? ਤੁਹਾਨੂੰ ਪਤਾ ਲੱਗ ਰਿਹਾ ਕਿ ਇੱਥੋਂ ਗੜਬੜੀ ਹੋ ਚੁੱਕੀ ਹੈ। ਠੀਕ ਹੈ, ਹੁਣ ਵੇਖੋ ਜੀ ਕੁਐਸਚਨ ਦਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਮੀਨਿੰਗ ਕੀ ਪੁੱਛਿਆ ਜਾ ਰਿਹਾ ਹੈ। ਆਨਸਰ ਆਪਾਂ ਵੇਖਦੇ ਹਾਂ ਤਾਂ ਆਨਸਰ ਹੈ ਜੀ ਓਨਲੀ 2। ਔਰ ਆਪਸ਼ਨ ਚ ਕੀ ਪੁੱਛਿਆ ਗਿਆ ਹੈ ਤੇ ਕਿਹੜੀ ਸਟੇਟਮੈਂਟ ਇਹਨਾਂ ਦੇ ਵਿੱਚੋਂ ਕਰੈਕਟ ਹੈ? ਤੇ ਆਪਸ਼ਨ 2 ਵਾਲੀ ਸਟੇਟਮੈਂਟ ਬਿਲਕੁਲ ਕਰੈਕਟ ਹੈ, ਕਿਉਂਕਿ ਪਹਿਲੇ ਦੇ ਅੰਦਰ ਪਤਾ ਸਿੱਧਾ ਤੁਹਾਨੂੰ ਇੱਥੋਂ ਹੀ ਪਤਾ ਲੱਗ ਗਿਆ ਵੀ ਫਾਦਰ ਇਸ ਦੇ ਕੌਣ ਸੀ? ਚੰਦਰਗੁਪਤ ਸੈਕੰਡ ਸੀ। ਇਸ ਕਰਕੇ ਪਹਿਲੀ ਸਟੇਟਮੈਂਟ ਦਾ ਤਾਂ ਤੁੱਕੇ ਨਹੀਂ ਬਣਦਾ ਕੋਈ ਵੀ ਆਨਸਰ ਦੇਣ ਦਾ। ਅਗਲੇ ਕੁਐਸਚਨ ਤੇ ਆਨੇ ਆਪਾਂ। ਸਤਵਾਹਨਾ ਰੂਲਰ were identified through metronymics, names derived from that of the mother. In Satavahana ruler, the succession to the throne was generally patrilineal. Which of the above mentioned statement is are correct? ठीक है, ਹੁਣ ਪੁੱਛਿਆ ਗਿਆ ਸਤਵਾਹਨਾ ਦੀ ਗੱਲ ਕੀਤੀ ਗਈ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲਈਏ ਕਿ ਜਿਹੜੇ ਸਤਵਾਹਨਾ ਸੀ ਇਹਨਾਂ ਨੂੰ ਆਪਾਂ ਬੋਲਦੇ ਸੀ, ਦੂਜਾ ਨਾਂ ਦਿੰਦੇ ਸੀ ਆਂਧਰਾ ਕਿੰਗ। ਕਿਹੜਾ ਨਾਂ ਦਿੰਦੇ ਸੀ? ਆਂਧਰਾ ਕਿੰਗ ਦੇ ਨਾਮ ਤੋਂ ਵੀ ਜਾਣੇ ਜਾਂਦੇ ਸੀ। ਕੌਣ? ਸਤਵਾਹਨਾ। ਤੇ ਸਤਵਾਹਨਾ ਦਾ ਜਿਹੜਾ ਫੇਮਸ ਬੰਦਾ ਹੋਇਆ ਜਿਸਨੂੰ ਆਪਾਂ ਫਾਊਂਡਰ ਵੀ ਮੰਨਦੇ ਆ, ਤੇ ਉਹ ਬੰਦਾ ਕੌਣ ਹੈ ਜੀ? ਸਿਮੁਕ। ਕੌਣ ਹੈ ਜੀ? ਸਿਮੁਕ। ਤੇ ਹੁਣ ਸਿੱਧੀ ਗੱਲ ਹੈ, ਸਿੱਧਾ ਹੀ ਕੁਐਸਚਨ ਹੈ, ਡਾਇਰੈਕਟ ਕੋਈ ਔਖਾ ਕੰਮ ਹੀ ਨਹੀਂ ਸੀ ਇਸ ਕੁਐਸਚਨ ਦੇ ਅੰਦਰ। ਤੇ ਪੁੱਛਿਆ ਗਿਆ ਕਿ ਕਿਹੜੀ ਸਟੇਟਮੈਂਟ ਇਹਨਾਂ ਵਿੱਚੋਂ ਕਰੈਕਟ ਹੈ ਜੀ? ਪਹਿਲੀ ਸਟੇਟਮੈਂਟ ਕੱਲੀ ਆਹ ਕਰੈਕਟ ਹੈ, ਦੂਜੀ ਸਟੇਟਮੈਂਟ ਕੱਲੀ ਆਹ ਕਰੈਕਟ ਹੈ, ਬੋਥ 1 ਐਂਡ 2, ਜਾਂ ਫਿਰ ਨਾ ਆਪਸ਼ਨ A ਨਾ ਆਪਸ਼ਨ 2। ਤੇ ਆਨਸਰ ਆ ਗਿਆ ਸਾਡਾ ਦੋਵੇਂ ਸਟੇਟਮੈਂਟ ਬਿਲਕੁਲ ਕਰੈਕਟ ਨੇ ਜੀ। ਕਿ ਸਤਵਾਹਨਾ ਰੂਲਰ ਜਿਹੜੇ ਆਇਡੈਂਟੀਫਾਈ ਕੀਤਾ ਜਾਂਦਾ ਸੀ ਇਹਨਾਂ ਨੂੰ, ਉਹ ਮੈਟਰੋਨਿਮਿਕ ਸੀ। ਮੈਟਰੋ ਵਰਡ ਤੋਂ ਹੀ ਪਤਾ ਲੱਗ ਰਿਹਾ ਕਿ ਮਦਰ ਵਾਲੀ ਸਾਈਡ ਤੋਂ ਆਇਡੈਂਟੀਫਾਈ ਹੋ ਰਹੇ ਸੀ। ਠੀਕ ਹੈ, ਇਹਨਾਂ ਦੇ ਨਾਂ ਵਗੈਰਾ। ਸਤਵਾਹਨਾ ਰੂਲਰ ਜਿਹੜੇ ਸੀ ਇਹਨਾਂ ਦਾ ਸਕਸੈਸ਼ਨ ਜਿਹੜਾ ਹੁੰਦਾ ਸੀ ਥਰੋਨ ਲਈ, ਉਹ ਜਨਰਲੀ ਪੈਟਰੀਲੀਨੀਅਲ ਸੀ। ਠੀਕ ਹੈ, ਮਤਲਬ ਕਿ ਪੈਟਰੀਲੀਨੀਅਲ ਤੁਹਾਨੂੰ ਪਤਾ ਜਿੱਥੇ ਵਰਡ ਲੱਗ ਜੇ ਪੈਟਰੀ, ਉਹਦਾ ਮਤਲਬ ਹੈ ਫਾਦਰ ਦੇ ਬੇਸ ਤੇ। ਠੀਕ ਹੈ, ਤੇ ਜਨਰਲ ਜਿਹਾ ਕੁਐਸਚਨ ਸੀ, ਕੁਝ ਵੀ ਔਖਾ ਨਹੀਂ ਸੀ ਇਸ ਕੁਐਸਚਨ ਦੇ ਅੰਦਰ। ਅਗਲਾ ਆ ਜਾਓ। ਅਕੋਰਡਿੰਗ ਟੂ ਬੁੱਧਿਸਟ ਟੈਕਸਟ, who was the first woman to enter sangha and ordained as bhikkhuni? ਕਹਿੰਦੇ ਬੁੱਧਿਸਟ ਟੈਕਸਟ ਦੇ ਅਕੋਰਡਿੰਗ ਕਿਹੜੀ ਪਹਿਲੀ ਐਵੇਂ ਦੀ ਬੰਦੀ ਸੀ, ਐਵੇਂ ਦੀ ਲੇਡੀ ਸੀ ਜਿਹੜੀ ਬੰਦੀ ਸੰਘਾ ਦੇ ਵਿੱਚ ਐਂਟਰ ਹੁੰਦੀ ਹੈ? ਸੰਘਾ ਕੀ ਹੈ? ਆਰਗੇਨਾਈਜੇਸ਼ਨ ਹੈ। ਠੀਕ ਹੈ, ਇੱਕ ਰਿਲੀਜਨ ਦਾ ਆਰਗੇਨਾਈਜੇਸ਼ਨ ਹੈ। ਕਿਹੜੇ ਰਿਲੀਜਨ ਦਾ? ਬੁੱਧਿਸਟ ਰਿਲੀਜਨ ਦਾ ਆਰਗੇਨਾਈਜੇਸ਼ਨ ਸੰਘ ਹੁੰਦਾ ਹੈ। ਐਂਡ ਆਰਡੇਨਡ ਐਜ਼ ਭਿੱਖੁਣੀ, ਤੇ ਉਹਨੂੰ ਨਾ ਕੀ ਆਰਡੇਨ ਕੀਤਾ ਗਿਆ? ਭਿੱਖੁਣੀ। ਹੁਣ ਜੇ ਆਪਾਂ ਆਪਸ਼ਨ ਤੇ ਆਈਏ, ਮਹਾਮਾਇਆ ਮਹਾਦੇਵੀ, ਮਹਾਪ੍ਰਜਾਪਤੀ ਗੌਤਮੀ, ਮਹਾਦੇਵੀ ਯਸ਼ੋਧਰਾ, ਸ਼ੈਲ ਭੰਜਿਕਾ ਆਨੰਦੀ। ਠੀਕ ਹੈ, ਆਪਾਂ ਗੱਲ ਕਰੀਏ ਯਸ਼ੋਧਰਾ ਦੀ, ਇਹ ਤੇ ਵਾਈਫ ਹੋ ਗਈ ਜੀ। ਆਪਾਂ ਗੱਲ ਕਰੀਏ ਮਹਾਮਾਇਆ ਦੀ, ਆ ਰੀਅਲ ਮਦਰ ਹੋ ਗਈ ਸਿਧਾਰਥ ਦੀ। ਸਿਧਾਰਥ ਉਹੀ ਜਿਨ੍ਹਾਂ ਨੂੰ ਆਪਾਂ ਅੱਗੇ ਜਾ ਕੇ ਨਾਂ ਦੇਵਾਂਗੇ ਲਾਰਡ ਬੁੱਧਾ ਦਾ। ਠੀਕ ਹੈ, ਉਹਨਾਂ ਦੀ ਰੀਅਲ ਮਦਰ ਸੀ। ਜਦੋਂ ਰੀਅਲ ਮਦਰ ਦੀ ਡੈਥ ਹੋ ਗਈ ਤੇ ਜਿਹੜੀ ਰੀਅਲ ਮਦਰ ਦੀ ਭੈਣ ਸੀ ਅੱਗੋਂ, ਮਤਲਬ ਸਿਧਾਰਥ ਦੀ ਜਿਹੜੀ ਮਾਸੀ ਸੀ, ਉਹਨਾਂ ਦੇ ਨਾਲ ਉਹਨਾਂ ਦੇ ਫਾਦਰ ਦਾ ਵਿਆਹ ਹੋ ਗਿਆ। ਤੇ ਮਾਸੀ ਦਾ ਨਾਮ ਕੀ ਸੀ? ਪ੍ਰਜਾਪਤੀ ਗੌਤਮੀ। ਮਾਸੀ ਮਤਲਬ ਜਿਹੜੀ ਸਟੈਪ ਮਦਰ ਬਣੀ ਹੈ ਸਿਧਾਰਥ ਦੀ। ਤੇ ਇੱਥੇ ਪਿਕਚਰ ਦੇ ਅੰਦਰ ਆਹੀ ਡਿਫਾਈਨ ਕੀਤਾ ਗਿਆ ਜੀ ਕਿ ਸਿਧਾਰਥ ਬੈਠੇ ਨੇ ਤੇ ਨਾਲ ਕੌਣ ਬੈਠੇ ਹੀ ਹੈ? ਪ੍ਰਜਾਪਤੀ, ਮਹਾਪ੍ਰਜਾਪਤੀ ਗੌਤਮੀ। ਤੇ ਪ੍ਰਜਾਪਤੀ ਗੌਤਮੀ ਕਰਕੇ ਹੀ ਜਿਹੜੇ ਬੁੱਧਾ ਸੀ ਉਹਨਾਂ ਦਾ ਨਾਮ ਕੀ ਪਿਆ ਸੀ? ਗੌਤਮ ਬੁੱਧ ਵੀ ਨਾਮ ਪਿਆ ਸੀ। ਸਮਝ ਗਏ? ਗੌਤਮ ਨਾਮ ਉਹਨਾਂ ਨੂੰ ਉਹਦਾ ਟਾਈਟਲ ਮਿਲਿਆ ਇਸੇ ਕਰਕੇ ਮਿਲਿਆ, ਗੌਤਮੀ ਕਰਕੇ। ਬੁੱਧਾ ਦਾ ਮਤਲਬ ਕੀ ਹੁੰਦਾ ਹੈ? ਨੌਲੇਜ, ਟੂ ਅਟੇਨ ਨੌਲੇਜ, ਨੌਲੇਜ ਨੂੰ ਅਟੇਨ ਕਰਨਾ, ਆ ਚੀਜ਼। ਤੇ ਜੇ ਆਪਾਂ ਸਿੱਧੀ ਗੱਲ ਕਰੀਏ ਕਿ ਜਿਹੜਾ ਬੁੱਧਿਸਟ ਰਿਲੀਜਨ ਸੀ, ਬੁੱਧਿਜ਼ਮ ਰਿਲੀਜਨ ਸੀ ਜਿਹੜਾ, ਆ ਬੁੱਧਿਜ਼ਮ ਰਿਲੀਜਨ ਦੇ ਅੰਦਰ ਜਿਹੜਾ ਮੇਜਰ ਕੰਮ ਸਾਨੂੰ ਬੋਲਿਆ ਗਿਆ
और 4 मेजर टीचिंग्स दित्तियां गईयां ने, बड़ियां ही ਔਖੀਆਂ टीचिंग्स ने। पहली टीचिंग ਦੇ ਵਿੱਚ ਕੀ ਕਿਹਾ ਗਿਆ, ਕਹਿੰਦੇ ਵੀ ਭਾਈ ਜਿਹੜਾ ਸੰਸਾਰ ਹੈ ਨਾ, ਦੁਨੀਆ ਸਾਡਾ ਸੰਸਾਰ, ਆ ਸੰਸਾਰ ਦੇ ਅੰਦਰ हर पासे की ਤੁਹਾਨੂੰ नजर आऊगा sorrow, world is full of sorrow, दुख। ते दूजी टीचिंग की दित्ती कि ਜਿਹੜਾ sorrow है उसका रीजन की है, डिजायर, मैनू आ मिल जे, मैनू ओ मिल जे, बस ਜਿਹੜੀ ਸਾਡੀ ਇੱਛਾ ਸ਼ਕਤੀ ਹੈ, ਕਹਿੰਦੇ ਉਹ ਕਹਿੰਦੇ ਇਸ sorrow ਦਾ रीजन है, इस दुख का रीजन है। तीजी की गल बोली गई, डिजायर कैन बी एंडेड ओनली बाय किलिंग ऑफ दैट पर्टिकुलर डिजायर। ਤੇ ਕਹਿੰਦੇ ਸਭ ਤੋਂ ਪਹਿਲਾਂ ਤਾਂ ਜਿਹੜਾ ਸੰਸਾਰ ਹੈ ਉਹ ਫੁੱਲ ਆਫ ਸੌਰੋ ਹੈ, ਸੰਸਾਰ ਦੁੱਖਾਂ ਦਾ ਘਰ ਹੈ। ਉਸ ਦੁੱਖ ਦਾ ਰੀਜ਼ਨ ਕੀ ਹੈ, ਡਿਜ਼ਾਇਰ, ਮਤਲਬ ਤੁਹਾਡੀ ਤ੍ਰਿਸ਼ਨਾ, ਤੁਹਾਡੀ ਇੱਛਾ। ਤੇ ਜੇਕਰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਉਸ ਡਿਜ਼ਾਇਰ ਨੂੰ, ਤੇ ਕਹਿੰਦੇ ਡਿਜ਼ਾਇਰ ਨੂੰ ਜੇ ਤੁਸੀਂ ਅਟੇਨ ਕਰਦੇ ਹੋ ਤਾਂ ਹੀ ਉਹ ਡਿਜ਼ਾਇਰ ਤੁਹਾਡੀ ਖਤਮ ਹੋ ਸਕਦੀ ਹੈ। ਡਿਜ਼ਾਇਰ ਨੂੰ ਅਟੇਨ ਕਰ ਲਓ ਫਿਰ ਉਹ ਡਿਜ਼ਾਇਰ ਖਤਮ ਹੋ ਜਾਣੀ। ਅੱਗੇ ਉਹਨਾਂ ਨੇ ਕੀ ਬੋਲਿਆ ਕਿ ਜੇਕਰ ਤੁਸੀਂ ਇਸ ਡਿਜ਼ਾਇਰ ਨੂੰ ਅਟੇਨ ਕਰਨਾ ਚਾਹੁੰਦੇ ਹੋ ਦੈਨ ਯੂ ਹੈਵ ਟੂ ਫੋਲੋ 8 fold path, ਤੁਹਾਨੂੰ 8 ਰਸਤਿਆਂ ਤੋਂ ਚੱਲਣਾ ਪੈਣਾ ਹੈ। ਤੇ ਕਈ ਵਾਰ ਪੁੱਛਿਆ ਜਾਂਦਾ ਵੀ 8 ਰਸਤੇ ਕਿਹੜੇ ਕਿਹੜੇ ਸੀ, ਬੜੇ ਸਿੰਪਲ ਤਰੀਕੇ ਦੇ ਨਾਲ ਤੁਸੀਂ ਯਾਦ ਕਰਨਾ ਹੈ, ਐਵੇਂ ਯਾਦ ਕਰ ਲੈਣਾ ਪੰਜਾਬੀ ਦੇ ਵਿੱਚ ਹੀ ਸਿੱਧਾ, ਵੀ ਸਰਲ ਤਰੀਕੇ ਨਾਲ ਆਪਾਂ ਚੱਲਣਾ ਹੈ। ਹੁਣ ਦੇਖੋ ਜਦੋਂ ਵੀ ਆਪਾਂ ਚੱਲਣਾ ਹੈ ਤੇ ਸਾਨੂੰ ਚੱਲਣ ਲਈ ਪੈਰਾਂ ਦੀ ਜ਼ਰੂਰਤ ਪਊਗੀ, ਹੈ ਨਾ, ਤਾਂ ਪੈਰ मतलब हो गए साढ़े, फीट नहीं बोलना, फुट बोलना है, ठीक है। सरल फुट से चलोगे तो सब कुछ मिल जाएगा, बन गया देसी तरीका अपना पंजाबी दे विच, सरल फुट से, सरल SARL, सरल फुट से चलोगे तो सब मिल जाएगा। तो सब तो पहला की बोला गया, वर्ल्ड इज फुल ऑफ सॉरो, द रीजन ऑफ दैट सॉरो इज डिजायर, डिजायर कैन बी एंडेड ओनली बाय किलिंग ऑफ दैट पर्टिकुलर डिजायर। और ਜੇ ਤੁਸੀਂ ਡਿਜ਼ਾਇਰ ਨੂੰ ਕਰਨਾ ਅਟੇਨ ਦੈਨ ਯੂ ਹੈਵ ਟੂ ਫੋਲੋ 8 fold path, ਤੁਹਾਨੂੰ 8 ਰਸਤਿਆਂ ਨੂੰ ਫੋਲੋ ਕਰਨਾ ਪੈਣਾ ਹੈ। 8 ਰਸਤਿਆਂ ਨੂੰ ਲਰਨ ਕਿਵੇਂ करना, सरल फुट से चलेंगे 8 रास्तों पे तो सब कुछ हमें मिल जाएगा, ऐसे याद करना है, ठीक है। अच्छा ਹੁਣ ਇਸ ਤੋਂ ਕੀ ਬਣ ਗਿਆ, ਵੱਖਰੀ ਵੱਖਰੀਆਂ ਚੀਜ਼ਾਂ ਬਣਨਗੀਆਂ ਤੇ ਨਾਲ ਹੀ ਨਾਲ ਤੁਹਾਨੂੰ ਆ ਵੀ ਲਰਨ ਹੋ ਜਾਊਗਾ ਤੇ ਨਾਲ ਨਾਲ ਸਾਡਾ ਕੁਐਸਚਨ ਵੀ ਹੋ ਜਾਣਾ। ਸਾਰਿਆਂ ਦੇ ਅੱਗੇ ਰਾਈਟ ਲਗਾਉਂਦੇ ਰਹੋ। ਸਭ ਤੋਂ ਪਹਿਲਾਂ ਤਾਂ ਹੈ ਰਾਈਟ ਸਪੀਚ, ਦੂਜਾ ਹੈ ਜੀ ਰਾਈਟ ਐਕਸ਼ਨ, तीजा है राइट रिमेंबरेंस, चौथा अच्छा रहना सहना थाडा, अच्छा लाइवलीहुड होवे ताडा। एफ तो आ गया राइट फेथ, अपने ते फेथ रखो। 0 0 मतलब ओ दी वैल्यू 0 ही कर दित्ती, ओ दा दोना ओवां दा कोई मतलब नहीं बनदा इत्थे। उस तो बाद आ गया राइट थॉट्स, अपने थॉट्स नू पॉजिटिव रखो। उस तो बाद आ गया राइट कंसंट्रेशन, अपनी कंसंट्रेशन मेनटेन करके रखो। उस तो बाद आ गया ई तो राइट एफर्ट्स, सही डायरेक्शन च राइट एफर्ट्स तुसी करोगे तानू तारियां जिन्नियां चीजां तुसी चाहते हो वो तानू सारियां दी सारियां मिल जाणगियां, समझ गए। चलो हुण आपां अगे वधदे हैं, अगली चीज क्या है, की कही जा रही है अगला, हाँ जी, तो ऑप्शन की हो गया, ऑप्शन बी हो गया जी इसका आंसर। अगला क्वेश्चन आ जाओ, मैच द फॉलोइंग फॉरेन ट्रैवलर्स। सब तो पहला अफेंसी निकेटिन, डुराटी बारबोसा, पीटर मुंडी, एंटोनियो मॉन्सेरेटे, आ 4 बंदे दिते ने। हुण पूछा गया कि कित्थों केड़ा बंदा आया, इत्थों क्वेश्चन आंदा ही आंदा है तकरीबन अज तक क्वेश्चन इत्थे तो बनदा ही बनदा है। तुसी भावें PCS चल जाओ, तुसी HAS चल जाओ, जेड़े मर्जी च चले जाओ, तुहानू इत्थों क्वेश्चन मिलना ही मिलना है। ਜਿਹੜੇ ਫੋਰਨ ਟਰੈਵਲਰਸ ਆਪਣੇ ਇੱਧਰ ਆਏ ਨੇ, ਉਹ ਫੋਰਨਰ ਜਿਹੜੇ ਬੰਦੇ ਨੇ ਸਾਡੇ ਇੱਧਰ ਇੰਡੀਆ ਦੇ ਵਿੱਚ ਆਏ, ਮਤਲਬ ਫੋਰਨਰ ਮੈਂ ਤਾਂ ਹੀ ਯੂਜ਼ ਕਰ ਰਹੀ ਹਾਂ, ਹੈ ਨਾ, ਜਨਰਲੀ ਜਿਹੀ ਗੱਲ ਹੈ। ਉਹਨਾਂ ਨੇ ਆ ਕੇ ਇੱਥੇ ਕਿਹੜੀਆਂ ਕਿਤਾਬਾਂ ਲਿਖੀਆਂ, ਕਿਹਦੇ ਦਰਬਾਰ ਚ ਰਹੇ, ਕਿੱਥੇ ਕਿੱਥੇ ਘੁੰਮੇ, ਕਿੰਨਾ ਸਾਲ ਉਹਨਾਂ ਨੇ ਟਾਈਮ ਇੱਥੇ ਕੱਟਿਆ, ਤਕਰੀਬਨ ਸਾਰੀਆਂ ਚੀਜ਼ਾਂ ਇੰਪੋਰਟੈਂਟ ਬਣ ਜਾਂਦੀਆਂ। ਤਕਰੀਬਨ ਵੈਸੇ ਆ ਪੁੱਛਿਆ ਜਾਂਦਾ ਵੀ ਕਿਹੜਾ ਬੰਦਾ ਕਿੱਥੋਂ ਬਿਲੋਂਗ ਕਰਦਾ ਸੀ, ਠੀਕ ਹੈ। ਤੇ ਸਭ ਤੋਂ ਪਹਿਲਾਂ ਬੰਦਾ ਕੀ ਦਿੱਤਾ ਗਿਆ, ਅਫੈਂਸੀ ਨਿਕੇਟਿਨ। पहले तो आप इस क्वेश्चन का सीधा आंसर देख लीए, आंसर है जी साडा डी ऑप्शन। ज्यादा घूमन घेरियां आपां पाणियां कोई नहीं, आंसर है साडा डी ऑप्शन। कहने का मतलब है हुण जिहड़ा अफेंसी बंदा है उसका तुहानूं डी ऑप्शन के अकॉर्डिंग पता लग गया कि इस बंदे ने आ बंदा रहने वाला कित्थे दा सी, रशिया का रहने वाला सी, समझ गए। उस तो बाद अगला आ गया दुराटे बारबोसा, कित्थों रहने वाला सी, पोर्चुगल का रहने वाला सी, पुर्तगाल का रहने वाला सी। उस तो बाद आ गया पीटर मुंडी, उहदे नाम ते क्लीयर हो रहा की आ गया, पीटर मुंडी उसके नाम ते क्लीयर हो गया इंग्लैंड। उस तो बाद आ गया एंटोनियो मॉन्जेरेटे, आ ते बंदा एक तरह क्रिश्चियन मिशनरी नो बिलोंग करदा सी, मॉन्जेरेटे अंकल। ते आ बंदा कित्थे दा सी जी, स्पेन दा सी। हुण मेन गल है भी आपां याद किवें करिए किहड़ा बंदा कित्थों है। सब तो पहलां आपां गल करदे हैं अफेंसी निकेटिन, याद किवें रख सकदे हैं।
ਅਫੈਂਸੀ ਨਿਕਿਤ ਨਿਕੇਤਨ। ਅੱਜ ਜਦੋਂ ਨਾ ਆਪਾਂ ਇਹਦਾ ਨਾਂ ਪੁੱਛ ਰਹੇ ਸੀ ਤਾਂ ਇੱਕ ਮੁੰਡਾ ਸੀ ਨਿਤਿਨ। ਨਿਤਿਨ ਜਿਹੜਾ ਮੁੰਡਾ ਸੀ ਇਹਨੂੰ ਕੱਟ ਲਿਆ ਕਿਨੇ? ਸੱਪ ਨੇ ਕੱਟ ਲਿਆ, ਸੱਪ ਨੇ ਕੱਟ ਲਿਆ। ਸੱਪ, ਸੱਪ ਮਤਲਬ ਨਾਗ, ਸਮਝ ਗਏ? ਨਿਤਿਨ ਮੁੰਡਾ, ਨ ਤੋਂ ਨਿਤਿਨ ਮੁੰਡਾ, ਨ ਤੋਂ ਨਾਗ ਨੇ ਕੱਟ ਲਿਆ ਨਿਤਿਨ ਮੁੰਡੇ ਨੂੰ। ਐਵੇਂ ਯਾਦ ਰੱਖਣਾ ਹੈ, ਠੀਕ ਹੈ। ਆਂਸਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਮੇਰੇ ਦੱਸਣ ਤੋਂ ਪਹਿਲਾਂ ਹੀ, ਬਟ ਗੱਲ ਮੇਨ ਉਹੀ ਹੈ ਵੀ ਆਪਾਂ ਯਾਦ ਕਿਵੇਂ ਰੱਖਣਾ, ਕਿਹੜਾ ਬੰਦਾ ਕਿੱਥੋਂ ਆਇਆ। ਤੇ ਨਿਤਿਨ ਬੰਦੇ ਨੂੰ ਕਿਹਨੇ ਕੱਟ ਲਿਆ? ਨਾਗ ਨੇ ਕੱਟ ਲਿਆ, ਮਤਲਬ ਸੱਪ ਨੇ ਕੱਟ ਲਿਆ। ਸੱਪ ਮਤਲਬ ਸਪੇਨ ਹੋ ਗਿਆ। ਉਸ ਤੋਂ ਬਾਅਦ ਆ ਗਿਆ ਦੁਰਾਤੀ ਬਾਰਬੋਸਾ। ਹੁਣ ਦੁਰਾਤੀ ਬਾਰਬੋਸਾ ਜਿਹੜਾ ਹੈ ਇਹ ਬੰਦਾ ਕਿੱਥੋਂ ਬਿਲੋਂਗ ਕਰਦਾ ਸੀ? ਤਾਂ ਪਤਾ ਲੱਗ ਹੀ ਗਿਆ ਸਾਨੂੰ ਆਪਸ਼ਨਾਂ ਦੇ ਹਿਸਾਬ ਦੇ ਨਾਲ ਤੇ ਭਾਈ ਬੰਦਾ ਕਿੱਥੋਂ ਬਿਲੋਂਗ ਕਰ ਰਿਹਾ ਸੀ? ਪੋਰਚੁਗਲ ਦਾ ਰਹਿਣ ਵਾਲਾ ਸੀ। ਹੁਣ ਦੇਖੋ ਦੁਰਾਤੀ ਬਾਰਬੋਸਾ, ਆ ਦੇਖੋ ਬਾਰਬੋਸਾ, ਬਾਰ-ਬਾਰ ਇੱਕ ਬੰਦਾ ਆਪਣੀ ਗੱਲਾਂ ਤੇ ਹੱਥ ਲਾਈ ਜਾ ਰਿਹਾ ਤੇ ਕਹਿੰਦਾ ਹਾਏ ਵੇਖਿਆ ਮੈਂ ਕਿੰਨਾ ਸੋਹਣਾ, ਵੇਖਿਆ ਮੈਂ ਕਿੰਨਾ ਸੋਹਣਾ। ਬਾਰ-ਬਾਰ ਗੱਲਾਂ ਤੇ ਹੱਥ ਲਾਈ ਜਾਂਦਾ, ਆਪਣੀਆਂ ਗੱਲਾਂ ਤੇ ਹੱਥ ਲਾ ਕੇ ਆਪਣੇ ਆਪ ਨੂੰ ਹੀ ਚੈੱਕ ਕਰੀ ਜਾ ਰਿਹਾ। ਬਾਰ-ਬਾਰ, ਬਾਰ-ਬਾਰ ਤੋਂ ਬਾਰਬੋਸਾ, ਗੱਲ ਤੇ ਹੱਥ ਲਾਣਾ, ਪੋਰਚੁਗਲ, 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 ਗੱਲਾਂ ਤੇ ਹੱਥ ਲਾ ਰਿਹਾ ਹੋ ਗਿਆ। ਨੈਕਸਟ ਪੀਟਰ ਮੁੰਡੀ, ਇਹਦੇ ਤਾਂ ਨਾਂ ਤੇ ਲਿਖਿਆ ਪਿਆ ਬੰਦਾ ਹੈ ਕਿੱਥੇ ਦਾ? ਇੰਗਲੈਂਡ ਦਾ ਹੈ ਤੇ ਯਾਦ ਰੱਖਣ ਦੀ ਜ਼ਰੂਰਤ ਹੀ ਨਹੀਂ ਹੈ। ਚੌਥਾ ਆ ਗਿਆ ਐਂਟੋਨੀਓ ਮੋਜ਼ਰੇਟ, ਤਾਂ ਪਤਾ ਲੱਗ ਹੀ ਗਿਆ ਸਾਨੂੰ ਵੀ ਭਾਈ ਜੇ ਚੌਥਾ ਬੰਦਾ ਐਂਟੋਨੀਓ ਮੋਜ਼ਰੇਟ ਤਾਂ ਕਿੱਥੇ ਦਾ ਬੰਦਾ ਹੈ ਜੀ? ਹੁਣ ਗੱਲ ਉਹੀ ਹੈ ਵੀ ਗਰ ਆਪਾਂ ਲਰਨ ਕਿਵੇਂ ਕਰਨਾ, ਚੀਜ਼ਾਂ ਬਸ ਉਹੀ ਮੈਂਸ਼ਨ ਤੁਸੀਂ ਕਰਨੀਆਂ ਆਪਣੇ ਉਹਦੇ ਤਰੀਕੇ ਦੇ ਨਾਲ ਵੀ ਆਪਾਂ ਚੀਜ਼ ਨੂੰ ਲਰਨ ਕਿਵੇਂ ਕਰ ਸਕਦੇ। ਮੈਂ ਨਾ ਆਹ ਵਾਲੀ ਚੀਜ਼ ਗਲਤ ਕਰਾਤੀ, ਇੱਥੇ ਆਣਾ ਸੀ ਰਸ਼ੀਆ ਆਣਾ ਸੀ, ਹੈ ਨਾ। ਜਿਹੜਾ ਨਿਤਿਨ ਮੁੰਡਾ ਹੈ ਆਪਸ਼ਨ ਸਾਡਾ ਆ ਹੈ ਨਾ ਡੀ, ਤੇ ਰਸ਼ੀਆ ਦਾ ਰਹਿਣ ਵਾਲਾ ਹੈ। ਤੁਸੀਂ ਯਾਦ ਫਿਰ ਕਿਵੇਂ ਰੱਖਣਾ? ਜਿਹੜਾ ਮੈਂ ਪਹਿਲਾਂ ਤੁਹਾਨੂੰ ਦੱਸ ਦਿੱਤੀ ਕੁਝ ਉਲਟੇ ਤਰੀਕੇ ਨਾਲ ਕਰਾਤਾ, ਮੈਂ ਥੋੜਾ ਕਨਫਿਊਜ਼ ਹੋ ਗਈ। ਇੱਥੇ ਤੋਂ ਇਹਨੂੰ ਚੀਜ਼ ਨੂੰ ਠੀਕ ਕਰ ਲਓ। ਨਿਤਿਨ ਬੰਦਾ ਜਿਹੜਾ ਹੈ ਉਹ ਕਿੱਥੇ ਦਾ ਰਹਿਣ ਵਾਲਾ ਹੈ? ਰਸ਼ੀਆ ਦਾ ਰਹਿਣ ਵਾਲਾ ਹੈ। ਤੇ ਤੁਸੀਂ ਕਿਵੇਂ ਯਾਦ ਰੱਖਣਾ ਕਿ ਨਿਤਿਨ ਮੁੰਡੇ ਨੂੰ ਸੱਪ ਨੇ ਨਹੀਂ ਕੱਟਿਆ ਸੀ, ਐਵੇਂ ਨਹੀਂ ਯਾਦ ਰੱਖਣਾ, ਠੀਕ ਹੈ। ਉਹ ਮੈਂ ਇੱਧਰ ਕੁਝ ਹੋਰ ਕਰਾ ਰਹੀ ਹਾਂ, ਇੱਧਰ ਕੁਝ ਹੋਰ ਕਰਾ ਰਹੀ ਹਾਂ, ਸੌਰੀ ਉਹਦੇ ਲਈ। ਮੈਂ ਆ ਕੀ ਬੋਲਿਆ ਕਿ ਨਿਤਿਨ ਜਿਹੜਾ ਬੰਦਾ ਸੀ ਉਹ ਕੀ ਖਾ ਰਿਹਾ ਸੀ? ਰਸ ਖਾ ਰਿਹਾ ਸੀ। ਨਿਤਿਨ ਮੁੰਡਾ ਕੀ ਖਾ ਰਿਹਾ ਸੀ? ਰਸ, ਤੇ ਰਸ ਤੋਂ ਕੀ ਆ ਗਿਆ? ਰਸ਼ੀਆ ਆ ਗਿਆ, ਠੀਕ ਹੈ। ਚਲੋ ਅਗਲੇ ਕੁਐਸਚਨ ਤੇ ਆਨੇ ਆ ਆਪਾਂ। Emperor Akbar classified the land in various categories and fixed different revenue to be paid by each. In this context, examine which of the following defines Polaj land. बड़ा सिंपल जिहा क्वेश्चन है वैसे ਤਾਂ। ਹੁਣ ਚਾਰ ਆਪਸ਼ਨ ਨੇ ਜੀ ਤੁਹਾਡੇ ਕੋਲ। ਅਕਬਰ ਨੇ ਕਲਾਸੀਫਾਈ ਕੀਤਾ ਸੀ ਲੈਂਡ ਨੂੰ। ਪਹਿਲੀ ਗੱਲ ਤਾਂ ਵੀ ਅਕਬਰ ਦੇ ਟਾਈਮ ਤੇ ਲੈਂਡ ਬਹੁਤ ਜ਼ਿਆਦਾ, ਮਤਲਬ ਦਹਿਸਲਾ ਸਿਸਟਮ ਦੀ ਆਪਾਂ ਗੱਲ ਕਰੀਏ ਇੱਥੇ ਆਇਆ ਸੀ, ਜ਼ਬਤੀ ਸਿਸਟਮ ਦੀ ਗੱਲ ਕਰੀਏ ਇੱਥੇ ਆਈ ਸੀ। ਤਾਂ ਜ਼ਬਤੀ ਸਿਸਟਮ ਵੀ ਆ ਗਿਆ ਜ਼ਮੀਨਾਂ ਲਈ, ਜ਼ਬਤੀ ਸਿਸਟਮ ਦੇ ਨਾਲ ਨਾਲ ਦਹਿਸਲਾ ਸਿਸਟਮ ਆ ਵੀ ਇੰਟਰੋਡਿਊਸ ਹੋ ਗਿਆ ਸੀ। ਤੇ ਹੁਣ ਪੁੱਛਿਆ ਗਿਆ ਹੈ ਵੀ ਜਿਹੜੀ ਲੈਂਡ ਤੁਹਾਨੂੰ ਪੁੱਛੀ ਗਈ ਹੈ, ਕਲਾਸੀਫਾਈ ਕੀਤਾ ਸੀ ਲੈਂਡ ਨੂੰ ਵੇਰੀਅਸ ਕੈਟੇਗਰੀ ਦੇ ਵਿੱਚ ਤੇ ਅਲੱਗ-ਅਲੱਗ ਰੈਵਨਿਊ ਜਿਹੜਾ ਸੀ ਉਹ ਲਿੱਤਾ ਜਾਂਦਾ ਸੀ ਲੋਕਾਂ ਤੋਂ। ਤੇ ਇਹਨਾਂ ਦੇ ਕੰਟੈਕਸਟ ਦੇ ਵਿੱਚ ਕਹਿੰਦੇ ਪੋਲਾਜ ਲੈਂਡ ਤੁਸੀਂ ਦੱਸਣੀ ਹੈ ਕਿ ਪੋਲਾਜ ਲੈਂਡ ਦਾ ਮਤਲਬ ਕੀ ਹੁੰਦਾ ਸੀ। ਲੈਂਡ ਵਿਚ ਇਜ਼ ਐਨੂਅਲੀ ਕਲਟੀਵੇਟਡ ਫॉर ਈਚ ਸਕਸੈਸ਼ਨ ਐਂਡ ਇਜ਼ ਨੈਵਰ ਅਲਾਉਡ ਟੂ ਕ੍ਰॉप ਇਨ ਲਾਈਫ, ਆਹ ਵਾਲੀ ਲੈਂਡ ਸੀ। ਜਾਂ ਫਿਰ ਲੈਂਡ ਲੈਫਟ ਆਊਟ ਆਫ ਕਲਟੀਵੇਸ਼ਨ ਫॉर ਅ ਟਾਈਮ that it may recover its strength, ਤਾਂ ਕਿ ਉਹ ਉਸ ਜਿਹੜੀ ਜ਼ਮੀਨ ਨੂੰ ਆਪਾਂ ਕਲਟੀਵੇਸ਼ਨ ਮਤਲਬ ਕਰਕੇ ਪਹਿਲਾਂ ਉਸ ਤੋਂ ਬਾਅਦ ਉਹਨੂੰ ਕੁਝ ਟਾਈਮ ਲਈ ਖਾਲੀ ਛੱਡ ਦਈਏ ਤਾਂ ਕਿ ਜਿੰਨੀਆਂ ਨਿਊਟ੍ਰੀਐਂਟਸ ਨੇ ਉਹਦੇ ਵਿੱਚ ਦੁਬਾਰਾ ਮੇਨਟੇਨ ਹੋ ਜਾਣ। ਤੀਜਾ ਕੀ ਕਹਿ ਰਿਹਾ? ਲੈਂਡ that has lain fallow for 3 or 4 years, ਮਤਲਬ ਐਵੇਂ ਦੀ ਜ਼ਮੀਨ ਜਿਹਨੂੰ ਮਤਲਬ ਆਪਾਂ ਐਵੇਂ ਛੱਡ ਦਿੱਤਾ ਹੈ 3-4 ਸਾਲਾਂ ਤੱਕ ਤਾਂ ਕਿ ਦੁਬਾਰਾ ਤੋਂ ਨਿਊਟ੍ਰੀਐਂਟ ਐਡ ਹੋ ਜਾਣ। ਉਸ ਤੋਂ ਬਾਅਦ ਚੌਥਾ ਆ ਗਿਆ ਉਹ ਲੈਂਡ ਜਿਹਨੂੰ ਅਨਕਲਟੀਵੇਟ ਰੱਖਿਆ ਜਾਊਗਾ ਕਿੰਨੇ ਸਾਲਾਂ ਲਈ? 5 ਸਾਲਾਂ ਲਈ। ਤੇ ਆਪਸ਼ਨ ਸਾਡਾ ਆਇਆ ਰਾਈਟ ਆਨਸਰ ਆਪਸ਼ਨ ਏ, ਐਵੇਂ ਦੀ ਜ਼ਮੀਨ ਜਿਹਨੂੰ ਐਨੂਅਲੀ ਕਲਟੀਵੇਟ ਕੀਤਾ ਜਾਂਦਾ ਸੀ ਈਚ ਸਕਸੈਸ਼ਨ ਦੇ ਬਾਅਦ, ਉਸ ਤੋਂ ਬਾਅਦ ਨੈਵਰ ਅਲਾਉਡ ਟੂ ਕ੍ਰॉप ਇਨ ਲਾਈਫ ਫੈਲੋ, ਉਸ ਲੈਂਡ ਨੂੰ ਆਪਾਂ ਕੀ ਕਿਹਾ? ਪੋਲਾਜ ਲੈਂਡ ਕਿਹਾ। ਬੇਟਾ ਪੋਲਾਜ ਲੈਂਡ ਤੇ ਨਾ ਵੈਸੇ ਕੁਐਸਚਨ ਤਾਂ ਬਹੁਤ ਇੰਪੋਰਟੈਂਟ ਬਣਦੇ ਹੈ, ਬਹੁਤ ਜ਼ਿਆਦਾ, ਮਤਲਬ ਤੁਸੀਂ ਸਿੱਧੀ ਇੰਨੀ ਗੱਲ ਯਾਦ ਰੱਖਣੀ ਕਿ ਪੋਲਾਜ ਲੈਂਡ ਉਹ ਸੀ ਜਿਸ ਲੈਂਡ ਤੋਂ ਐਵਰੀ ਈਅਰ ਕੀਤੀ ਜਾਂਦੀ ਸੀ ਡਿਰਾਈਵ ਕੀ? ਕ੍ਰॉप्स, ਐਵਰੀ ਈਅਰ ਡਿਰਾਈਵ ਕੀਤੀ ਜਾਂਦੀ ਸੀ ਕ੍ਰॉप, ਸਮਝ ਗਏ? ਉਹ ਲੈਂਡ ਸੀ ਕਿਹੜੀ? ਪੋਲਾਜ ਲੈਂਡ। ਮੋਸਟ ਇੰਪੋਰਟੈਂਟ ਹੈ ਇਹ ਪੁਆਇੰਟ, ਧਿਆਨ ਰੱਖਣਾ ਹੈ, ਠੀਕ ਹੈ। ਤੇ ਕਈ ਵਾਰ ਪੁੱਛਿਆ ਚਲੋ ਮਤਲਬ ਪੋਲਾਜ ਲੈਂਡ ਤੇ ਰੱਖੋ ਤੁਸੀਂ, ਬਾਕੀ ਤਾਂ ਚਲੋ ਆਪਾਂ ਜਦੋਂ ਡਿਟੇਲ ਕਰਾਂਗੇ ਉਦੋਂ ਤੁਹਾਨੂੰ ਸਾਰੀ ਦੀ ਸਾਰੀ ਸਮਝਾਣੀ ਹੈ ਵੀ ਸਿਸਟਮ। ਤੇ ਇਸ ਟਾਈਮ ਤੇ ਜਿਹੜਾ ਸਿਸਟਮ ਸੀ ਅਕਬਰ ਦਾ ਉਹਦੇ ਵਿੱਚ 3-4 ਤਰੀਕੇ ਦੀਆਂ ਹੋਰ ਹੁੰਦੀਆਂ ਸੀ ਜ਼ਮੀਨਾਂ। ਉਹ ਜ਼ਮੀਨਾਂ ਕੀ ਆ ਆਪਾਂ ਡਿਟੇਲ ਦੇ ਵਿੱਚ ਆਪਣੇ ਜਿਹੜੇ ਸੈਸ਼ਨ ਚੱਲਨੇ ਨੇ ਉਹਦੇ ਵਿੱਚ ਆਪਾਂ ਡਿਟੇਲ 'ਚ ਪੜਾਂਗੇ। ਅਗਲਾ ਕੁਐਸਚਨ ਕੀ ਕਹਿ ਰਿਹਾ? ਹੁਣ 2015 ਦੀ ਆਪਾਂ ਗੱਲ ਕਰੀਏ ਤਾਂ ਕੁਐਸਚਨ ਕੀ ਆਇਆ ਸੀ?
ड्यूरिंग द रेन ऑफ विच ऑफ द फॉलोइंग मुगल एम्परर वाज द सिख लीडर बंदा सिंह बहादुर कैप्चर्ड एंड एग्जीक्यूटेड। सब ਨੂੰ ਪਤਾ ਹੈ ਪੰਜਾਬ ਹਿਸਟਰੀ ਦੇ ਅੰਦਰ ਸਭ ਤੋਂ ਇੰਪੋਰਟੈਂਟ ਕੁਐਸਚਨ ਆਹੀ ਹੈ ਤੇ ਆਨਸਰ ਹੈ ਜੀ ਇਸ ਦਾ ਸਿੱਧਾ ਸਿੱਧਾ ਆਨਸਰ ਸਾਨੂੰ ਪਤਾ ਹੀ ਹੈ ਤੇ ਆਨਸਰ ਹੈ ਲੇਟਰ ਮੁਗਲ ਸੀ ਉਸ ਟਾਈਮ ਬੰਦਾ। ਪਹਿਲੀ ਗੱਲ ਤਾਂ ਵੀ ਮੁਗਲ ਨਹੀਂ ਸੀ, ਕੌਣ ਸੀ? ਲੇਟਰ ਮੁਗਲ। ਤੇ ਲੇਟਰ ਮੁਗਲ ਦੇ ਅੰਦਰ ਸਭ ਤੋਂ ਪਹਿਲਾ ਬੰਦਾ ਜਿਹੜਾ ਹੋਇਆ ਉਸ ਦਾ ਨਾਮ ਹੋਇਆ ਬਹਾਦੁਰ ਸ਼ਾਹ। ਬਹਾਦੁਰ ਸ਼ਾਹ। ਦੂਜਾ ਬੰਦਾ ਹੋਇਆ ਜਿਹੜਾ ਰਾਜਾ ਬਣ ਕੇ ਆਇਆ ਸਾਹਮਣੇ ਜਹੰਦਰ ਸ਼ਾਹ। तीसरा बंदा जड़ा होया उसका नाम होया फारूक सियार। पहला बहादुर शाह, जहंदर शाह, फारूक सियार आ मेजर बंदे ने। बाकी जड़े होर लेटर मुगल ने वो आपां सैशन दे अंदर आपां करांगे, पूरा फार्मूला बना के मैं तुहानूं दसूंगी कि इन्हां नूं लर्न आपां किवें करना। हिस्टरी साडी जान उदों खांदी है जदों सानूं आही नहीं पता लगदा कि किहड़ा टाइम पीरियड किहड़ा बंदा किहड़े टाइम पीरियड ते आ रिहा। समझ गए? ते बस तुसीं कोई गल नहीं, टेंशन नहीं लैनी इस चीज़ दी। अगले क्वेश्चन ते आ जाओ। Which of the following toilet and cosmetic objects were not likely known to the Indus Valley people? बड़ा easy जिहा क्वेश्चन सी आता। ब्रॉन्ज मिरर यूज हुंदे सी, आइवरी कॉम्स यूज हुंदे सी, एंटमनी रॉड्स ਜਿਹੜੀ ਉਹ ਸੁਰਮੇਦਾਨੀਆਂ ਹੁੰਦੀਆਂ ਸੀ। ਠੀਕ ਹੈ, ਸੁਰਮੇਦਾਨੀਆਂ ਤੁਹਾਨੂੰ ਪਤਾ ਨਾ ਵੱਡੀਆਂ ਵੱਡੀਆਂ ਉਹ ਹੁੰਦੀ ਸੀ ਐਵੇਂ ਲਾਣ ਵਾਲੀਆਂ, ਉਹ ਐਵੀਡੈਂਸ ਦੇ ਵਿੱਚ ਸੀ। ਬਿਲਕੁਲ ਹੇਅਰ ਡਾਈ ਸੀ? ਨਹੀਂ ਜੀ, ਹੇਅਰ ਡਾਈ ਨਹੀਂ ਸੀ ਜੀ ਆਪਸ਼ਨ ਦੇ ਵਿੱਚ। ਤੇ ਕੁਝ ਥਾਵਾਂ ਤੇ ਵੈਸੇ ਕਿਹਾ ਗਿਆ ਵੀ ਜਿਹੜੀ ਹੀਨਾ ਹੁੰਦੀ ਸੀ ਨਾ, ਹੀਨਾ ਮਹਿੰਦੀ ਜਿਵੇਂ ਆਪਾਂ ਯੂਜ਼ ਕਰਦੇ ਆਂ, ਹੀਨਾ ਦੇ ਅੰਦਰ ਜਿਹੜੇ ਇਨਗਰੀਡੀਐਂਟਸ ਹੁੰਦੇ ਨੇ ਆਪਣੇ, ਇੱਕ ਹਰਬ ਹੈ ਇਹ ਹੀਨਾ, ਉਹਦੇ ਮਤਲਬ ਮਿਲੇ ਵੀ ਹਾਂਜੀ ਇਹ ਮਤਲਬ ਐਵੀਡੈਂਸ ਵਿੱਚ ਮੰਨਿਆ ਗਿਆ। ਬਟ ਕਿਤੇ ਵੀ ਨੈਸ਼ਨਲ ਹਿਸਟਰੀ ਦੇ ਅੰਦਰ ਉਹਨੂੰ ਕੋਈ ਵੀ ਆਥੈਂਟੀਕੇਸ਼ਨ ਨਹੀਂ ਦਿੱਤੀ ਗਈ ਹੈ। ਇਸ ਕਰਕੇ ਰਾਈਟ ਆਨਸਰ ਕੀ ਹੋਊਗਾ? ਆਪਸ਼ਨ ਡੀ, ਹੇਅਰ ਡਾਈ ਜਿਹੜਾ ਸੀ ਇਹਨਾਂ ਦੇ ਬਾਰੇ ਤਕਰੀਬਨ not likely known to the Indus Valley people, क्योंकि मैं ਤੁਹਾਨੂੰ ਉਹੀ ਕਿਹਾ ਵੀ authenticated ਨਹੀਂ ਹੈ। अगला क्वेश्चन 2018 ਦੇ ਉਹਦੇ ਵਿੱਚ ਆਇਆ, ਈਜ਼ੀ ਕੁਐਸਚਨ ਆਇਆ ਸੀ। ਹੜੱਪਨ ਸੀਲ ਵਰ ਮੇਡ ਮੋਸਟਲੀ ਆਫ। ਤੇ ਕਹਿਣ ਦਾ ਮਤਲਬ ਹੈ ਕਿ ਹੜੱਪਨ ਤੋਂ ਦੋ ਕੁਐਸਚਨ ਬਣ ਗਏ ਹੈ ਪ੍ਰੀਵੀਅਸ ਈਅਰ ਕੁਐਸਚਨ ਪੇਪਰਾਂ ਦੇ ਅੰਦਰ। ਤੇ ਕਹਿਣ ਦਾ ਮਤਲਬ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਪੂਰੀ ਡੈਪਥ ਦੇ ਅੰਦਰ ਜਾ ਕੇ ਕਰਨੀ ਪੈਣੀ ਹੈ ਸਾਨੂੰ। ਠੀਕ ਹੈ, ਤੇ ਹੜੱਪਨ ਸੀਲ ਜਿਹੜੀਆਂ ਮੋਹਰਾਂ ਬਣਦੀਆਂ ਸੀ ਕਹਿੰਦੇ ਉਹ ਤਕਰੀਬਨ ਬਣਦੀਆਂ ਸੀ ਕਿਸ ਦੀਆਂ? ਸਟੇਟਾਈਟ ਦੀਆਂ ਬਣਦੀਆਂ ਸੀ, ਰੈੱਡ ਸੈਂਡਸਟੋਨ ਦੀਆਂ ਬਣਦੀਆਂ ਸੀ, ਟੈਰਾਕੋਟਾ ਦੀਆਂ ਬਣਦੀਆਂ ਸੀ ਜਾਂ ਫਿਰ ਆਈਵਰੀ ਦੀਆਂ। ਤੇ ਆਨਸਰ ਆ ਗਿਆ ਸਾਡਾ ਸਿੱਧਾ ਸਿੱਧਾ ਆਨਸਰ ਸਟੇਟਾਈਟ ਦੀਆਂ ਬਣਦੀਆਂ ਹੁੰਦੀਆਂ ਸੀ, ਆਪਸ਼ਨ ਏ। अगला क्वेश्चन की कह रहा, द लीडर ऑफ अ जैन गणा वाज नोन एज। जैन गणा दे ਜਿਹੜੇ ਲੀਡਰ ਮਤਲਬ ਉਹ ਜਿਹੜਾ ਪੂਰੇ ਦਾ ਪੂਰਾ ਗਰੁੱਪ ਹੁੰਦਾ ਹੈ ਉਸ ਦੇ ਜਿਹੜੇ ਕਹਿੰਦੇ ਲੀਡਰ ਸੀ ਜੈਨ ਰਿਲੀਜਨ ਦੇ ਅੰਦਰ, ਉਹਨਾਂ ਨੂੰ ਆਪਾਂ ਕੀ ਕਹਿੰਦੇ? ਪਹਿਲਾ ਗਣਪਤੀ, ਦੂਜਾ ਗਣਾਧਰ, ਤੀਜਾ ਗਣਰਾਜ, ਚੌਥਾ ਗਣਕ। ਤੇ ਸਿੰਪਲ ਕੁਐਸਚਨ ਸੀ, ਆਨਸਰ ਆ ਗਿਆ ਜੀ ਗਣਾਧਰ। ਗਣਾਧਰ ਇਸ ਦਾ ਮਤਲਬ ਕੀ ਹੋ ਗਿਆ ਵੀ ਜੈਨ ਰਿਲੀਜਨ। ਵੈਸੇ ਤਾਂ ਦੇਖੋ ਜੇ ਨਾ ਵੀ ਆਂਦਾ ਇੱਥੋਂ ਕੁਐਸਚਨ ਤਾਂ ਵੀ ਜੈਨਿਜ਼ਮ ਤੇ ਬੁੱਧਿਜ਼ਮ ਸਾਨੂੰ ਡਿਟੇਲ ਦੇ ਵਿੱਚ ਕਰਨਾ ਪੈਣਾ ਸੀ ਕਿਉਂਕਿ ਇੱਥੋਂ ਕੁਐਸਚਨ ਬਣਦੇ ਆ। ਠੀਕ ਹੈ, ਚਲੋ ਅਗਲੇ ਕੁਐਸਚਨ ਤੇ ਆਓ। ਇਬਨ ਬਤੂਤਾ, ਪਤਾ ਹੀ ਹੈ ਵੈਸੇ ਤੁਹਾਨੂੰ ਨਾਮ ਦੇਖ ਕੇ ਪਤਾ ਲੱਗ ਗਿਆ ਹੋਣਾ। ਦ ਫੇਮਸ ਮੁਸਲਿਮ ਐਕਸਪਲੋਰਰ ਹੂ ਕੇਮ ਟੂ ਇੰਡੀਆ ਡਿਊਰਿੰਗ ਦ ਟਾਈਮ ਆਫ ਮੁਹੰਮਦ ਬਿਨ ਤੁਗਲਕ ਬਿਲੋਂਗ ਟੂ ਵਿਚ ਕੰਟਰੀ? ਤੇ ਸਭ ਨੂੰ ਪਤਾ ਹੈ ਮੁਰੱਕਨ ਟਰੈਵਲਰ ਸੀ। ਤੇ ਇਸ ਦੇ ਨਾਂ ਦੇ ਨਾਲ ਦੋ ਕਿਤਾਬਾਂ ਦਾ ਨਾਮ ਵੀ ਜੁੜਿਆ। ਇੱਕ ਦਾ ਨਾਮ ਹੋਇਆ ਸਫਰਨਾਮਾ ਤੇ ਦੂਜੀ ਬੁੱਕ ਦਾ ਨਾਮ ਹੋਇਆ ਰਹਿਲਾ। समझ गए? ਤੇ ਆ ਦੋਵੇਂ ਦੀ ਦੋਵੇਂ ਕਿਤਾਬਾਂ ਜਿਹੜੀਆਂ ਸੀ ਇੱਕ ਤਰ੍ਹਾਂ ਦੀਆਂ ਟਰੈਵਲ ਬੁੱਕਸ ਕੰਸੀਡਰ ਹੁੰਦੀਆਂ ਹੈ, ਸਫਰਨਾਮਾ ਤੇ ਰਹਿਲਾ। ਇਬਨ ਬਤੂਤਾ ਜਿਹੜਾ ਕੌਣ ਸੀ? ਮੁਰੱਕਨ ਟਰੈਵਲਰ ਸੀ। ਤਾਂ ਆਪਸ਼ਨ ਹੋ ਗਿਆ ਸਾਡਾ ਡੀ। ਅਗਲਾ ਕੁਐਸਚਨ ਆ ਗਿਆ, who was the Persian appointed by Ashoka to administer the western province? ਵੇਖਿਆ ਜਾਵੇ ਤਾਂ ਜਿਹੜਾ ਅਸ਼ੋਕਾ ਸੀ, ਅਸ਼ੋਕਾ ਦਾ ਐਮਪਾਇਰ ਵੈਸਟ ਟੂ ਈਸਟ ਇੱਥੇ ਤੱਕ ਸਟ੍ਰੈਚ ਲੈਂਦਾ ਸੀ ਪੂਰੇ ਦਾ ਪੂਰਾ। ਨਾਰਥ ਟੂ ਸਾਊਥ ਸਟ੍ਰੈਚ ਲੈਂਦਾ ਸੀ, ਵੈਸਟ ਟੂ ਈਸਟ ਲੈਂਦਾ ਸੀ। ਬਟ ਤੁਹਾਨੂੰ ਜਿਹੜਾ ਪੁੱਛਿਆ ਗਿਆ ਉਹ ਸਿਰਫ ਪੁੱਛਿਆ ਗਿਆ ਹੈ ਕਿਸ ਡਾਇਰੈਕਸ਼ਨ ਦਾ? ਵੈਸਟ ਡਾਇਰੈਕਸ਼ਨ ਦਾ। ਜਿਹੜਾ ਐਡਮਿਨਿਸਟਰ ਥਾ ਉਹ ਕਿਹੜਾ ਬੰਦਾ ਸੀ? ਔਰ ਪਹਿਲਾ ਆਪਸ਼ਨ ਤੁਸਾਪਾ, ਦੂਜਾ ਆਪਸ਼ਨ ਕੀ ਪੁੱਛਿਆ ਜਾ ਰਿਹਾ? ਜਸਟਿਨ ਦਿੱਤਾ ਜਾ ਰਿਹਾ, ਤੀਜਾ ਪਲੂਟਾਰਕ, ਚੌਥਾ ਸੁਨਾ ਸੇਪਾ। ਕੀ ਆਪਸ਼ਨ ਦੱਸਿਆ ਜਾ ਰਿਹਾ? ਤੇ ਚਾਰ ਆਪਸ਼ਨ ਨੇ ਜੀ। ਆਨਸਰ ਸਾਡਾ ਰਾਈਟ ਆਨਸਰ ਹੋ ਗਿਆ ਤੁਸਾਪਾ ਜਿਹੜਾ ਸੀ ਉਹ ਬੰਦੇ ਨੂੰ ਦਿੱਤਾ ਕਿਹੜੇ ਏਰੀਆ ਦਾ ਐਡਮਿਨਿਸਟ੍ਰੇਸ਼ਨ ਵੇਖਣ ਨੂੰ? ਵੈਸਟਰਨ ਏਰੀਆ ਦਾ। ਅਫਗਾਨਿਸਤਾਨ ਤੋਂ ਸ਼ੁਰੂ ਹੋ ਗਿਆ ਸੀ ਅਸ਼ੋਕਾ ਦਾ ਐਮਪਾਇਰ। ਅਫਗਾਨਿਸਤਾਨ ਤੋਂ ਮਤਲਬ ਸਟ੍ਰੈਚ ਜਿਹੜਾ ਸੀ ਉਹ ਅਫਗਾਨਿਸਤਾਨ ਤੋਂ ਸ਼ੁਰੂ ਹੋ ਗਿਆ ਸੀ ਵੈਸਟਰਨ ਦੇ ਵਿੱਚ। ਤੇ ਕਿਸ ਨੂੰ ਮਿਲਿਆ ਐਡਮਿਨਿਸਟਰੀ ਦਾ? ਪੂਰੇ ਦਾ ਪੂਰਾ ਤੁਸਾਪਾ ਨੂੰ। ਅਗਲਾ ਕੁਐਸਚਨ ਕੀ ਕਹਿ ਰਿਹਾ? ਈਜ਼ੀ ਕੁਐਸਚਨ ਸੀ। ਇਹਦਾ ਮਤਲਬ ਹੈ ਵੀ ਜਿਹੜੀ ਵੈਦਿਕ ਏਜ ਹੈ ਆ ਵੀ ਇੰਪੋਰਟੈਂਟ ਹੈ ਪੇਪਰ ਲਈ।
ਤੇ ਵੈਦਿਕ ਏਜ ਤੋਂ ਕੁਐਸਚਨ ਪੁੱਛਿਆ ਜਾਂਦਾ ਹੈ ਤੇ ਸਟੋਰੀ ਆਫ ਵਿਦੇਹ ਮਾਧਵ ਇਜ਼ ਨਰੇਟਡ ਇਨ ਤੇ ਸਿੱਧਾ ਸਿੱਧਾ ਆਨਸਰ ਹੈ ਪਹਿਲੀ ਗੱਲ ਤਾਂ ਵੀ ਸਾਡੇ ਕੋਲ ਟੋਟਲ 4 ਵੇਦਾਂ ਨੇ ਚਾਰਾਂ ਵੇਦਾਂ ਨੂੰ ਸੀਕੁਐਂਸ ਦੇ ਅੰਦਰ ਲਰਨ ਕਰਨ ਵਾਸਤੇ ਤੁਸੀਂ ਫਾਰਮੂਲਾ ਕੀ ਯਾਦ ਕਰੋਗੇ ਰਸੀਆ ਕੀ ਫਾਰਮੂਲਾ ਹੈ ਰਸੀਆ ਸੀਕੁਐਂਸ ਦੇ ਵਿੱਚ ਵੇਦ ਹੋ ਗਏ ਆਰ ਤੋਂ ਰਿਗਵੇਦਾ ਐਸ ਤੋਂ ਸਾਮਵੇਦਾ ਵਾਈ ਤੋਂ ਯਜੁਰਵੇਦਾ ਏ ਤੋਂ ਅਥਰਵ ਵੇਦਾ ਬਟ ਤੇ ਜਿਹੜੀ ਕਹਾਣੀ ਹੈ ਉਹ ਹੋਰ ਜ਼ਿਆਦਾ ਡੈਪਥ ਚੋਂ ਪੁੱਛੀ ਗਈ ਹੈ ਕਿ ਵਿਦੇਹ ਮਾਧਵ ਦੀ ਜਿਹੜੀ ਸਟੋਰੀ ਸੀ ਉਹ ਕਿੱਥੇ ਨਰੇਟ ਕੀਤੀ ਗਈ ਹੈ ਤੇ ਆਨਸਰ ਹੈ ਜੀ ਸਾਡਾ ਯਜੁਰਵੇਦਾ ਯਜੁਰਵੇਦਾ ਡੀਲ ਕਰਦਾ ਹੈ ਕਿਸ ਦੇ ਨਾਲ ਸੈਕਰੀਫਾਈਸ ਦੇ ਨਾਲ ਬਲੀਦਾਨ ਦੇ ਨਾਲ ਡੀਲ ਕਰਦਾ ਹੈ ਤਕਰੀਬਨ ਕੌਣ ਯਜੁਰਵੇਦਾ ਉਸ ਤੋਂ ਬਾਅਦ ਅਗਲਾ ਕੁਐਸਚਨ ਆ ਜਾਓ ਕੰਸੀਡਰ ਦ ਫੋਲੋਇੰਗ ਸਟੇਟਮੈਂਟ ਅਬਾਊਟ ਦ ਅਗੇਰੀਅਨ ਸਿਸਟਮ ਅੰਡਰ ਦਿੱਲੀ ਸਲਤਨਤ ਲੋ ਜੀ ਇੱਥੋਂ ਪਤਾ ਲੱਗ ਰਿਹਾ ਕਿ ਦਿੱਲੀ ਸਲਤਨਤ ਦਾ ਇੰਪੋਰਟੈਂਟ ਚੀਜ਼ ਬਣ ਰਹੀ ਹੈ ਤੇ ਆਪਸ਼ਨ ਨੂੰ ਦੇਖ ਕੇ ਪਤਾ ਲੱਗ ਰਿਹਾ ਕਿ ਅਲਾਉਦੀਨ ਖਿਲਜੀ ਤੋਂ ਕੁਐਸਚਨ ਆ ਰਿਹਾ ਤੇ ਕਹਿਣ ਦਾ ਮਤਲਬ ਹੈ ਖਿਲਜੀ ਡਾਇਨੈਸਟੀ ਇੰਪੋਰਟੈਂਟ ਹੋਊਗੀ ਸਲੇਵ ਖਿਲਜੀ ਤੇ ਤੁਗਲਕ ਤਿੰਨੋਂ ਡਾਇਨੈਸਟੀਆਂ ਇੰਪੋਰਟੈਂਟ ਨੇ ਉਸ ਤੋਂ ਬਾਅਦ ਮੁਗਲ ਇੰਪੋਰਟੈਂਟ ਨੇ ਠੀਕ ਹੈ ਅੱਛਾ ਪਹਿਲਾ अलाउद्दीन खिलजी ने इंपोज किया टैक्स चरई टैक्स और घरी टैक्स अच्छा ठीक है मोहम्मद बिन तुगलक इंपोज एडिशनल सेस कॉल्ड अबावास ऑन द पेजेंट्स मतलब किसानां ते ने आवड़ा टैक्स लाता तीजा अंडर अकबर दहसला सिस्टम ऑफ लैंड रेवेन्यू मैं तुहानू दस्सिया सी दहसला सिस्टम आ गया सी एग्जिस्टेड जहांगीर ने इंट्रोड्यूस किया नस्क सिस्टम ऑफ असेसमेंट चार चीजां तुहानू दे दित्तियां हुण इन्हां विचों पुछया की गया ते ऑप्शन करैक्ट है किहड़ा ਤੇ ਆਨਸਰ ਦਾ ਬੇਟਾ ਇਸ ਦਾ ਸਿੱਧਾ ਬਣ ਗਿਆ ਕਿ ਆਪਸ਼ਨ 1 2 ਤੇ 3 ਇੱਕ ਵੀ ਠੀਕ ਹੈ ਦੋ ਵੀ ਠੀਕ ਹੈ ਤਿੰਨ ਵੀ ਠੀਕ ਹੈ ਬਟ ਜਿਹੜਾ ਚੌਥਾ ਹੈ ਉਹ ਨਹੀਂ ਹੈ ਠੀਕ ਅਲਾਉਦੀਨ ਖਿਲਜੀ ਨੇ ਜਿਹੜਾ ਚਲੀ ਟੈਕਸ ਲਗਾਇਆ ਸੀ ਆ ਲਗਾਇਆ ਸੀ ਪੋਸਚਰ ਲੈਂਡ ਤੇ ਮਤਲਬ ਚਰਾਗਾਵਾਂ ਤੇ ਜਿੱਥੇ ਜਿਹੜੀ ਕੈਟਲ ਨੇ ਉਹ ਜਾ ਕੇ ਘਾਹ ਚਰਨਗੇ ਉਹ ਹੋ ਗਈ ਚਰਾਗਾ ਤੇ ਘਰੀ ਟੈਕਸ ਲਗਾਇਆ ਸੀ ਜਿਹੜੇ ਲੋਕਾਂ ਦਾ ਆਪਣਾ ਘਰ ਹੈ ਉਹ ਵੀ ਟੈਕਸ ਪੇ ਕਰਨਗੇ ਘਰੀ ਟੈਕਸ ਬੜੀ ਇੰਪੋਰਟੈਂਟ ਚੀਜ਼ ਹੈ ਤੇ ਆ ਵੀ ਠੀਕ ਹੈ ਮੁਹੰਮਦ ਬਿਨ ਤੁਗਲਕ ਨੇ ਐਡੀਸ਼ਨਲ ਸੈਸ ਲਗਾਏ ਸੀ ਬਹੁਤ ਜ਼ਿਆਦਾ ਜੀ ਮੁਹੰਮਦ ਬਿਨ ਤੁਗਲਕ ਤਾਂ ਐਵੇਂ ਦਾ ਬੰਦਾ ਸੀ ਜਿਸ ਦੇ ਲਗਾਏ ਹੋਏ 24 ਟੈਕਸ ਬੈਨ ਕੀਤੇ ਸੀ ਇਹਦੇ ਅਗਲੇ ਸਕਸੈਸਰ ਨੇ ਜਿਸ ਦਾ ਨਾਮ ਹੋਇਆ ਸੀ ਫਿਰੋਜ਼ ਸ਼ਾਹ ਤੁਗਲਕ ਮੁਹੰਮਦ ਬਿਨ ਤੁਗਲਕ ਤੋਂ ਬਾਅਦ ਜਿਹੜਾ ਅਗਲਾ ਰੂਲਰ ਬਣਿਆ ਸੀ ਉਹ ਫਿਰੋਜ਼ ਸ਼ਾਹ ਤੁਗਲਕ ਤੇ ਫਿਰੋਜ਼ ਸ਼ਾਹ ਤੁਗਲਕ ਨੇ ਪੁਰਾਣੇ 24 ਟੈਕਸ ਬੈਨ ਕੀਤੇ ਸੀ ਤੇ ਉਸ ਦੀ ਜਗ੍ਹਾ 5 ਨਵੇਂ ਟੈਕਸ ਲਗਾਏ ਸੀ ਪੁਰਾਣੇ 24 ਟੈਕਸਾਂ ਨੂੰ ਬੈਨ ਕਰਕੇ ਇਸ ਕਰਕੇ ਬਹੁਤ ਜ਼ਿਆਦਾ ਟੈਕਸ ਲਗਾਉਂਦਾ ਸੀ ਬਹੁਤ ਜ਼ਿਆਦਾ ਟੈਕਸ ਲਗਾਉਣ ਦੇ ਚੱਕਰਾਂ ਦੇ ਵਿੱਚ ਯਾਦ ਰੱਖਿਆ ਗਿਆ ਹੈ ਕਿਸ ਨੂੰ ਮੁਹੰਮਦ ਬਿਨ ਤੁਗਲਕ ਨੂੰ ਬਟ ਵਿਚਾਰੇ ਦੀ ਗੱਲ ਫਿਰ ਵੀ ਸਿਰੇ ਚੜੀ ਨਹੀਂ ਗੱਲਬਾਤ ਇਹਦੀ ਅਗਲੇ ਕੁਐਸਚਨ ਤੇ ਆ ਜਾਓ who among the following was the French explorer who visited the court of emperor Shah Jahan and left a detailed account of Takht e Taus peacock throne ਸਭ ਤੋਂ ਪਹਿਲਾਂ ਦਾ ਤਖਤ ਏ ਤੌਸ ਜਿਹੜਾ ਨਾਮ ਦਿੱਤਾ ਗਿਆ ਹੈ ਆ ਪਰਸ਼ੀਅਨ ਲੈਂਗੁਏਜ ਦੇ ਵਿੱਚ ਨਾਮ ਦਿੱਤਾ ਗਿਆ ਹੈ ਤਖਤ ਏ ਤੌਸ ਇੱਕ ਤਖਤ ਏ ਤੌਸ ਹੈ ਕੀ ਸੀ ਇੱਕ ਫੁੱਟਰੈਸਟ ਬੈਠਣ ਵਾਲੀ ਸੀਟ ਰਾਜੇ ਦੀ ਜਿੱਥੇ ਰਾਜਾ ਬੈਠੂਗਾ ਤੇ ਉਹਦੇ ਉੱਪਰ ਜਿਹੜਾ ਛਤਰ ਜਿਹਾ ਹੁੰਦਾ ਹੈ ਠੀਕ ਹੈ ਉਹ ਜਿਹਦੇ ਤੇ ਰਾਜਾ ਬੈਠੂਗਾ ਉਹ ਤੇ ਜਿਹਦੇ ਤੇ ਰਾਜਾ ਆਪਣਾ ਪੈਰ ਰੱਖੂਗਾ ਆ ਸਾਰਾ ਪਾਰਟ ਤਖਤੇ ਤੌਸ ਤੇ ਆਂਦਾ ਸੀ ਤੁਸੀਂ ਜਵਾਲਾ ਜੀ ਵੇਖਿਆ ਹੋਣਾ ਜਵਾਲਾ ਜੀ ਦੇ ਅੰਦਰ ਨਾ ਮਾਤਾ ਰਾਣੀ ਦਾ ਉਹ ਬੈੱਡ ਤਿਆਰ ਕੀਤਾ ਜਾਂਦਾ ਹੈ ਡੇਲੀ ਰਾਤ ਨੂੰ ਸੌਣ ਲਈ ਸੇਮ ਉਵੇਂ ਦਾ ਹੀ ਸੀ ਇਹ ਤਖਤੇ ਤੌਸ ਸਾਰਾ 골ਡ ਦਾ ਬਣਿਆ ਹੋਇਆ ਸੀ ਠੀਕ ਹੈ ਤਖਤੇ ਤੌਸ ਅੱਛਾ ਤੇ ਕਿਹੜੇ ਬੰਦੇ ਨੇ ਕਹਿੰਦੇ ਕਿਹੜਾ ਫ੍ਰੈਂਚ ਐਕਸਪਲੋਰਰ ਸੀ ਐਵੇਂ ਦਾ ਜਿਹੜਾ ਕਿ ਆਇਆ ਸੀ ਸ਼ਾਹਜਹਾਨ ਦੇ ਦਰਬਾਰ ਦੇ ਅੰਦਰ और उन्हें डिटेल अकाउंट दिता है किसदा तख्ते तौस दा जीन बैप्टिस्टे टैवर्नियर जीरोनिमो वेरोनियो या फिर जीन पॉल डुबोइस ते आंसर ऑप्शन ए जीन बैप्टिस्टे टैवर्नियर हुन याद किवें रखना है टी तो तख्ते तौस दी जिहड़ी मतलब चीज़ां जिस दे अकाउंट मतलब जिस दे बारे बहुत चीज़ां एक्सप्लेन कीतियां ਉਹ ਬੰਦੇ ਨੇ टी तो तख्ते तौस टी चो हो गया बंदे दा नाम की ਟੈਵਰਨੀਅਰ ਅਗਲੇ ਕੁਐਸਚਨ ਤੇ ਆਨੇ ਆਪਾਂ 2021 ਦੇ ਅੰਦਰ ਜਿਹੜੇ ਕੁਐਸਚਨ ਮਤਲਬ ਜਿਹੜਾ ਇਸ ਤੋਂ ਪਹਿਲਾ ਪੇਪਰ ਹੋਇਆ 2021 ਚ ਦਾ ਪੇਪਰ ਸੀ ਹੈ ਨਾ ਵੱਖਰੀ ਗੱਲ ਹੈ ਕਿ ਉਹ ਕਰਦੇ ਟਾਈਮ ਪੀਰੀਅਡ ਅੱਗੇ ਵੱਧ ਗਿਆ ਤੇ ਆਂਦੇ ਹੁਣ 2024 ਦੀ ਬੋਲ ਰਹੀ ਸੀ ਪੇਪਰ ਆਣਾ ਹੈ ਬਟ ਹੋਊਗਾ ਕੰਡਕਟ ਹੁਣ 2025 ਦੇ ਵਿੱਚ ਵੇਖਦੇ ਹਾਂ ਕਦੋਂ ਕੀਤਾ ਜਾਂਦਾ ਹੈ ਕੰਡਕਟ ਦ ਪਾਲਾਸ ਵਰ ardent followers of Jainism ਅੱਛਾ ਦੂਜਾ ਦ ਪਾਲਾਸ ਫਾਊਂਡਡ ਦ ਉਦੰਤਪੁਰੀ ਯੂਨੀਵਰਸਿਟੀ अगली गल की पूछी जा रही है फ्रॉम वेयर द मिशनरीज वेंट टू तिब्बत टू स्प्रेड जैनिज्म इथों गड़बड़ी लग रही है सेलेक्ट द करेक्ट आंसर यूजिंग द कोड गिवन बिलो ऑप्शन 1 ऑप्शन 2 बोथ 1 एंड 2 ना आंसर 1
ਨਾ ਆਨਸਰ 2। ਹੁਣ ਸਭ ਤੋਂ ਪਹਿਲੀ ਗੱਲ ਤਾਂ ਆ ਹੈ ਕਿ ਗੱਲ ਪੁੱਛੀ ਜਾ ਰਹੀ ਹੈ ਕਿਹਨਾਂ ਦੀ, ਪਾਲਾਸ ਦੀ। ਤੇ ਪਾਲਾਸ ਤਾਂ ਜਿਹੜੇ ਸੀ ਆ ਤੇ ਭਾਈ ਫਾਲੋਅਰਸ ਤਾਂ ਜ਼ਰੂਰ ਸੀ, ਬਟ ਫਾਲੋਅਰਸ ਕਿਸ ਦੇ ਸੀ, बुद्धिज्म दे। बट ऑप्शन के अंदर तो गड़बड़ी हो गई। ऑप्शन के अंदर तो पहला लिख दिता कि पालास वर अर्डेंट फॉलोअर्स ऑफ जैनिज्म, जबकि आते फॉलोअर्स सी बुद्धिज्म दे। वखरी गल है कि इन्होंने पैटरनाइज किया है हिंदू रिलीजन को भी पैटरनाइज किया है, बट जे आप फॉलोअर्स की गल करिए तो फॉलो किया इन्होंने किहड़े रिलीजन नूं, बुद्धिज्म रिलीजन नूं। तो कहने का मतलब ऑप्शन ए की तां गल ही नहीं बनती। आंसर देखते हैं आपां, ना ऑप्शन 1 ते ना ऑप्शन 2। हुण दूजे पॉइंट ते आपां आने हैं। पहला द पालास फाउंडेड द उदंतपुरी यूनिवर्सिटी, बिल्कुल ठीक है जी, आ तां ठीक है। उदंतपुरी यूनिवर्सिटी गोपाला दे टाइम ते बनी है, पाला रूलर गोपाला दे टाइम ते बनी है, बट एनी स्टेटमेंट तां ठीक है। फ्रॉम वेयर द मिशनरीज वेंट टू तिब्बत टू स्प्रेड जैनिज्म, नहीं ना, जैनिज्म ਨੂੰ ਕਿਉਂ ਸਪਰੈਡ ਕਰਾਣਗੇ, ਅਗਲੇ ਤਾਂ ਬੁੱਧਿਜ਼ਮ ਦੇ ਫਾਲੋਅਰ ਹੈ। ਅੱਧੀ ਸਟੇਟਮੈਂਟ ਠੀਕ ਹੈ, ਅੱਧੀ ਸਟੇਟਮੈਟ ਗਲਤ ਹੈ, ਤਾਂ ਕਹਿਣ ਦਾ ਮਤਲਬ ਹੈ ਗਲਤ ਕੰਸੀਡਰ ਹੋਊਗੀ ਫਿਰ, ਠੀਕ ਹੈ। ਸਿਲੈਕਟ ਦ ਕਰੈਕਟ ਆਨਸਰ, ਤੇ ਆਨਸਰ ਸਾਨੂੰ ਪਤਾ ਲੱਗ ਗਿਆ ਕਿ ਆਪਸ਼ਨ ਡੀ, ਨਾ ਤੇ ਆਪਸ਼ਨ 1 ਤੇ ਨਾ ਆਪਸ਼ਨ 2, ਠੀਕ। ਨੈਕਸਟ ਆ ਜਾਓ, which among the following statement is true about the Mughal rule under Akbar। ਅਕਬਰ ਨੇ ਕਹਿੰਦੇ ਓਪਨ ਕੀਤਾ ਸੀ ਇਬਾਦਤਖਾਨਾ, ਬਿਲਕੁਲ ਓਪਨ ਕੀਤਾ ਸੀ ਜੀ। ਇਬਾਦਤਖਾਨਾ ਇੱਕ ਐਵੇਂ ਦੀ ਥਾਂ ਸੀ ਜਿੱਥੇ ਬੈਠ ਕੇ ਸਾਰੇ ਧਰਮਾਂ ਦੇ ਲੋਕ ਆਪਣੇ ਆਪਣੇ ਰੱਬ ਨੂੰ, ਦੇਵੀ ਦੇਵਤਿਆਂ ਨੂੰ ਯਾਦ ਕਰ ਸਕਦੇ ਹੈ। ਕਿਸੇ ਨੂੰ ਕੋਈ ਮਨਾਹੀ ਨਹੀਂ ਸੀ ਕਿ ਤੁਸੀਂ ਆਪਣੀ ਬੈਠ ਕੇ ਇੱਥੇ ਪੂਜਾ ਅਰਦਾਸ ਨਹੀਂ ਕਰ ਸਕਦੇ। ਇਬਾਦਤਖਾਨਾ ਉਹਨਾਂ ਲਈ ਸੀ ਇੱਕ ਕਾਮਨ ਪ੍ਰੇਅਰ ਹਾਲ ਸੀ, ਜਿੱਥੇ ਬੈਠ ਕੇ ਲੋਕ ਆਪਣੇ ਵੱਖਰੇ ਵੱਖਰੇ ਧਰਮਾਂ ਦੇ ਲੋਕ ਬਹਿ ਕੇ ਆਪਣੇ ਆਪਣੇ ਪਰਮਾਤਮਾ ਨੂੰ ਯਾਦ ਕਰਦੇ ਸੀ। टू द पीपल ऑफ ऑल रिलीजन, सूफी, शेज, क्रिश्चियन, जैन, एथिस्ट, बिल्कुल जी ठीक है, एथिस्ट भी बहते होंगे सी आके। अकबर issued the mazharnama to take all religious matter in his own hands, okay। select the correct answer using the code given below। only option 1, only option 2, both 1 and 2 ਤੇ ਨਾ option 1 ਤੇ ਨਾ option 2, ਬਟ ਗੱਲਾਂ ਜਿਹੜੀਆਂ ਨੇ ਉਹ ਸਾਡੀਆਂ ਦੋਵੇਂ ਨੇ, ਦੋਵੇਂ ਕੀ ਹੈ, ਸਹੀ ਹੈ ਜੀ। both 1 and 2, ਮਜ਼ਹਰਨਾਮਾ ਦਾ ਮਤਲਬ ਕੀ ਦੱਸਿਆ ਗਿਆ ਹੈ ਕਿ ਜਿੰਨੇ ਵੀ ਰਿਲੀਜੀਅਸ ਮੈਟਰ ਸੀ ਉਹਨਾਂ ਤੇ ਇੱਕ ਉਹਨਾਂ ਨੂੰ ਪ੍ਰੋਕਲੇਮ ਕੀਤਾ ਗਿਆ, ਮਜ਼ਹਰਨਾਮਾ ਦੀ ਘੋਸ਼ਣਾ ਕੀਤੀ ਗਈ ਕਿ ਅੱਜ ਤੋਂ ਜਿੰਨੇ ਵੀ ਰਿਲੀਜੀਅਸ ਡਿਸੀਜਨ ਨੇ ਉਹ ਸਾਰੇ ਦੇ ਸਾਰੇ ਕਿਉਂ ਵੇਖੂਗਾ, ਅਕਬਰ ਵੇਖੂਗਾ। ਮਜ਼ਹਰਨਾਮਾ ਉਸ ਨੂੰ ਹੀ ਕਿਹਾ ਗਿਆ ਜਿਹਨੂੰ ਆਪਾਂ ਕਹਿੰਦੇ ਆ ਇੰਡੀਅਨ ਕਨਸਟੀਟਿਊਸ਼ਨ ਦੇ ਅੰਦਰ ਵੀ ਤੁਸੀਂ ਪੜਿਆ ਹੋਣਾ, ਪ੍ਰੋਕਲੇਮੇਸ਼ਨ, ਮਤਲਬ ਘੋਸ਼ਣਾ ਕਰਨਾ ਕਿਸੇ ਚੀਜ਼ ਦੀ। ਨੈਕਸਟ ਆ ਗਿਆ, which among the following initiative were taken by Sher Shah Suri, most important, Sher Shah Suri to promote trade and commerce। introduction of gold, silver and copper coins of uniform standard, अच्छा। दूजा, restoration of the Grand Trunk Road, okay। simplified the custom duty structure। select the correct answer using the code given below। पहला ऑप्शन कि शायद तो सिर्फ एक स्टेटमेंट, पहली स्टेटमेंट सही है, दूजा दूजी स्टेटमेंट सही है, हो सकता है दो पहली ते दूजी दोवें स्टेटमेंट सही ने, बिल्कुल जी। ते तीजा अपना आ गया 1 2 ते 3। हुण पहली गल तां आपां कर लईए कि जीटी रोड की गल हो रही है, ग्रैंड ट्रंक रोड। वेख्या जावे तां इस रोड का नाम सी सड़क ए आजम, सड़क ए आजम। ते सब तो पहली गल जे आपां एंशिएंट हिस्टरी दे अंदर वेखीए, आ गल चंद्रगुप्त मौर्य तो शुरू हो चुकी सी। किस दी वखरी गल है कि उस टाइम ना जीटी रोड नहीं सी, ठीक है। तो जिहड़ी रोड की कंस्ट्रक्शन है वो तो चंद्रगुप्त मौर्य के टाइम ते ही शुरू हो चुकी सी। उस तो बाद शेर शाह सूरी के टाइम ते आके इसनूं रिपेयर किया गया, मॉडर्नाइज किया गया ते होर ज़्यादा एक्सपेंशन दी गई। उस तो बाद जदों ब्रिटिशर आए इन्होंने तो आके ना ही की दे छड्डिया, जीटी रोड ना दे छड्डिया। चलो हुण आपां वेखदे हां कि राइट आंसर की है। ते आंसर तुहाडा ऑप्शन 1 2 एंड 3 तिन्ने दे तिन्ने जिहड़े ऑप्शन ने वो साडे की है, राइट आंसर है, मतलब करेक्ट ने। 1 2 ते 3 बिल्कुल राइट आंसर है। नेक्स्ट आ जाओ, संगम टेक्स्ट, इथों पता चल रहा कि संगम एज तमिल लिटरेचर आ भी साडे लिए इंपॉर्टेंट है एंशिएंट हिस्ट्री दे अंदरों। संगम टेक्स्ट दे सेवरल स्टेजेस ऑफ सोशल एवोल्यूशन ऑफ तमिल पीपल इन दिस कंटेक्स्ट कंसीडर द फॉलोइंग स्टेटमेंट। पहला स्टेटमेंट की आ रहा, the narrative texts show that Tamil people of times were primarily pastoral, कि सिर्फ pastoral सी। दूजा, no reference to trade and economic activities has been made in these texts। which of the statement given below is not correct या are not correct। आ चीज बेटा तानू सीधी सीधी पूछी गई है। हुण पहला तां आपां इहदा आंसर देखते हैं कि आंसर की है। ऑप्शन 1 ते ऑप्शन 2 दोवें दे दोवें जिहड़े आंसर ने ਉਹ ਤੁਹਾਡੇ ਕੀ ਪੁੱਛੇ ਗਿਆ ਕਿ which of the statement given above are not correct।
पहली की है नरेटिव टेक्स्ट शो दैट तमिल पीपल ऑफ द टाइम वर प्राइमरीली पेस्टोरल। हुण पहली गल तां सीधी आही कीती गई ते कहण दा मतलब है जदों तुसीं संगमेश पढ़ोगे उसकी पूरी दी पूरी जिहड़ा तुलक पियाम है लिटरेचर बुक जिहड़ी सानूं मिली है ਉਹ ਇਸ ਦੀ ਸਾਰੀ ਐਵੀਡੈਂਸ ਦੱਸ ਰਹੀ ਹੈ। ਜਦੋਂ ਆਪਾਂ ਡਿਟੇਲ ਦੇ ਵਿੱਚ ਪੜਾਂਗੇ ਹਿਸਟਰੀ ਨੂੰ ਸੰਗਮ ਏਜ ਨੂੰ ਪੜਾਂਗੇ ਤਾਂ ਉੱਥੇ ਆ ਸਾਰੇ ਕੁਐਸਚਨ ਜਿਹੜੇ ਨੇ ਤੁਹਾਨੂੰ ਕਲੀਅਰ ਹੋ ਜਾਣੇ। ਰੀਜ਼ਨ ਜਦੋਂ ਆਪਾਂ ਥਿਓਰੈਟੀਕਲ ਚੀਜ਼ ਨੂੰ ਪੜ੍ਹਦੇ ਆ ਨਾ ਉਦੋਂ ਸਾਡੇ ਐਮਸੀਕਿਊਜ਼ ਆਪਣੇ ਆਪ ਹੀ ਸੋਲਵ ਹੋ ਜਾਂਦੇ ਤੇ ਜਿਹੜੀ ਸੰਗਮ ਏਜ ਹੈ ਉਹਦੇ ਬਸ ਇਹ ਪ੍ਰੋਬਲਮ ਹੈ ਕਿ ਉਹਦੀ ਨਾ ਬੜੇ ਔਖੇ ਹੈ। ਸਮਝ ਗਏ? ਐਨਸੀਈਆਰਟੀ ਦੇ ਵਿੱਚੋਂ ਡਾਇਰੈਕਟ ਕੁਐਸਚਨ ਲਿੱਤਾ ਗਿਆ ਹੈ ਵੈਸੇ ਤਾਂ ਇਹ ਵਾਲਾ ਕੁਐਸਚਨ। ਅਗਲਾ ਆ ਗਿਆ ਸਾਡਾ ਵਿਚ ਆਫ ਦ ਫੋਲੋਇੰਗ were found in Mohenjo-daro? bronze image of a dancing girl, steatite image of a bearded man, terracotta figurine of the mother goddess। select the correct answer कि भाई मोहनजोदारो ਦੇ ਅੰਦਰੋਂ ਕੀ ਮਿਲਿਆ। ਹੁਣ ਇੱਥੋਂ ਆਹ ਵਾਲੀ ਚੀਜ਼ ਹੀ ਇੰਪੋਰਟੈਂਟ ਹੋ ਗਈ ਵੀ ਜੇਕਰ ਮੋਹਨਜੋਦਾਰੋ ਪੁੱਛਿਆ ਗਿਆ ਤਾਂ ਕੋਈ ਵੀ ਸਾਈਟ ਪੁੱਛੀ ਜਾ ਸਕਦੀ ਹੈ। ਕਿਹੜੀ ਸਾਈਟ ਕਿਹੜੀ ਨਦੀ ਦੇ ਕਿਨਾਰੇ ਕਦੋਂ ਐਕਸਕਵੇਟ ਕੀਤੀ ਗਈ, ਕਿਹੜੇ ਬੰਦੇ ਨੇ ਐਕਸਕਵੇਟ ਕੀਤੀ ਤਾਂ ਉੱਥੋਂ ਕੀ ਮਿਲਿਆ। ਜਿਹੜੀਆਂ ਫਾਈਂਡਿੰਗਸ ਨੇ ਉਹ ਜ਼ਿਆਦਾ ਇੰਪੋਰਟੈਂਟ ਬਣ ਜਾਂਦੀਆਂ। ਠੀਕ ਹੈ, ਤੇ ਆਪਾਂ ਜਿਹੜੀ ਗੱਲ ਹੈ ਆਨਸਰ ਦੀ ਤੇ ਸਾਨੂੰ ਭਾਈ ਤਿੰਨੀ ਚੀਜ਼ਾਂ ਮਿਲੀਆਂ ਨੇ। ਇੱਕ ਵਾਰ ਆਪਾਂ ਤਿੰਨਾਂ ਚੀਜ਼ਾਂ ਨੂੰ ਵੇਖ ਲੈਂਦੇ ਆ। ਡਾਂਸਿੰਗ ਗਰਲ, ਟੈਰਾਕੋਟਾ ਮਦਰ ਫਿਗਰ, ਉਸ ਤੋਂ ਬਾਅਦ ਬੀਅਰਡਡ ਮੈਨ ਜਿਹੜਾ ਸੀ ਉਸ ਦੀ ਪਿਕਚਰ ਤੁਹਾਡੇ ਸਾਹਮਣੇ। ਤੇ ਇਹ ਸਾਰੀਆਂ ਚੀਜ਼ਾਂ ਸਾਨੂੰ ਕਿੱਥੋਂ ਮਿਲ ਰਹੀਆਂ? मोहनजोदारो तो मिल रही हैं। अगली चीज ते आ जाने आप अगला क्वेश्चन विद रेफरेंस टू द मिडिवल हिस्ट्री ऑफ इंडिया द टर्म दहसला बटाई। हुण देखो बटाई सिस्टम तो तुसी अज भी सुनिया होना भी बटाई हुंदी की है एंड नस्क आर रिलेटेड टू। पहली गल कि घोड़ियां नूं ब्रांडिंग करना विद इंपीरियल मार्क बाय समुद्र गुप्ता ना जी, एवें दी तां कोई गल ही नहीं सी। अच्छा जी, ਤੇ ਅਗਲੀ ਚੀਜ਼ ਆ ਜਾਓ। ਦੂਜਾ ਪੁੱਛ ਰਿਹਾ ਰਿਚੁਅਲ ਕੰਡਕਟਡ ਡਿਊਰਿੰਗ ਕੋਰੋਨੇਸ਼ਨ ਆਫ ਅ ਨਿਊ ਗੁਪਤਾ ਕਿੰਗ। ਅੱਛਾ, ਕਹਿੰਦੇ ਉਦੋਂ ਮਨਾਈ ਜਾਂਦੀ ਸੀ, ਉਦੋਂ ਇਹ ਕੀਤੀ ਗਈ ਹੈ ਮਿਡੀਵਲ ਹਿਸਟਰੀ ਦੇ ਅੰਦਰ। ਲੈਂਡ ਰੈਵਨਿਊ ਸਿਸਟਮ ਡਿਊਰਿੰਗ ਤੁਗਲਕ ਡਾਇਨੈਸਟੀ ਉਹ ਬੋਲਿਆ ਗਿਆ, ਜਾਂ ਫਿਰ ਲੈਂਡ ਰੈਵਨਿਊ ਸਿਸਟਮ ਡਿਊਰਿੰਗ ਅਕਬਰਸ ਰੇਨ, ਅਕਬਰ ਦੇ ਟਾਈਮ ਪੀਰੀਅਡ ਦੇ ਦੌਰਾਨ ਕਹਿੰਦੇ ਆ ਚੀਜ਼ਾਂ ਐਵੀਡੈਂਸ ਦੇ ਅੰਦਰ ਆਈਆਂ। ਤੇ ਆਨਸਰ ਆਪਾਂ ਵੇਖੀਏ ਆਪਸ਼ਨ ਲੈਂਡ ਰੈਵਨਿਊ ਸਿਸਟਮ ਸੀ ਪਹਿਲੀ ਗੱਲ। ਆ ਤਿੰਨਾਂ ਚੀਜ਼ਾਂ ਨੂੰ ਲੈਂਡ ਰੈਵਨਿਊ ਸਿਸਟਮ ਦੇ ਅੰਦਰ ਪਾਇਆ ਗਿਆ ਤੇ ਕਿਹੜੇ ਰੂਲਰ ਦੇ ਟਾਈਮ ਤੇ ਪਾਇਆ ਗਿਆ? ਅਕਬਰ ਦੇ ਟਾਈਮ ਤੇ ਪਾਇਆ ਗਿਆ। ਇੱਕ ਕੀ ਹੋ ਗਿਆ? ਦਹਿਸਲਾ। ਦੂਜਾ ਬਟਾਈ ਸਿਸਟਮ ਉਹੀ ਹੈ ਜਿਹਨੂੰ ਆਪਾਂ ਕਹਿੰਦੇ ਵੀ ਜ਼ਮੀਨ ਆਪਾਂ ਪੱਟੇ ਦੇ ਦੇਣੀ। ਠੀਕ ਹੈ, ਤੇ ਤੀਜਾ ਕੀ ਹੋ ਗਿਆ? ਨਸਕ ਹੋ ਗਿਆ। ਨਸਕ ਤੇ ਅੱਜ ਵੀ ਤੁਸੀਂ ਉਹਦੀ ਗੱਲ ਕਰੋਗੇ ਨਾ ਪਟਵਾਰੀਆਂ ਦੀ, ਪਟਵਾਰੀ ਅੱਜ ਵੀ ਵਰਡ ਆਹੀ ਲਿਖਦੇ ਆ ਨਸਕ, ਉੱਥੇ ਲਿਖਿਆ ਹੁੰਦਾ ਪ੍ਰੋਪਰਲੀ। ਅੱਛਾ, ਅਗਲਾ ਕੁਐਸਚਨ ਕੀ ਕਹਿ ਰਿਹਾ? Consider the following statement regarding the administration under Chola Empire। पहला है कि उर and sabha were village assemblies। एक word उर, दूजा sabha। क्या दोवें village assembly सी जिन्हां दी ਜਿਹੜੇ ਸਾਨੂੰ evidence ਮਿਲ ਰਿਹਾ ਉਹ ਕਿੱਥੇ ਮਿਲ ਰਿਹਾ? ਚੋਲਾ inscription ਚ ਮਿਲ ਰਿਹਾ। ਤੇ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੋ ਗਿਆ ਵੀ ਭਾਈ ਜਿਹੜੀ ਉਰ ਸੀ, ਉਰ ਤਾਂ ਹੁੰਦੀ ਸੀ ਇੱਕ ਜਨਰਲ ਅਸੈਂਬਲੀ ਤੇ ਇਹ ਤਾਂ ਕੀ ਕਹੀ ਜਾ ਰਿਹਾ ਹੈ? ਵਿਲੇਜ ਅਸੈਂਬਲੀ। ਕੀ ਕਹੀ ਜਾ ਰਿਹਾ ਹੈ? ਵਿਲੇਜ ਅਸੈਂਬਲੀ ਕਹੀ ਜਾ ਰਿਹਾ, ਜਦਕਿ ਇਹ ਹੁੰਦੀ ਕੀ ਸੀ? ਉਰ ਜਨਰਲ ਅਸੈਂਬਲੀ ਹੁੰਦੀ ਸੀ। ਉਸ ਤੋਂ ਬਾਅਦ ਗੱਲ ਕੀ ਕੀਤੀ ਜਾ ਰਹੀ ਹੈ? ਉਰ ਤੋਂ ਬਾਅਦ ਜਿਹੜਾ ਦੂਜਾ ਵਰਡ ਮੈਂਸ਼ਨ ਕੀਤਾ ਗਿਆ ਉਹ ਕੀ ਕੀਤਾ ਗਿਆ? ਸਭਾ। ਹੁਣ ਜਿਹੜਾ ਸਭਾ ਹੈ, ਆ ਸਭਾ ਕੀ ਹੁੰਦੀ ਸੀ? ਹੈ ਤਾਂ ਬੜੀ ਫੇਮਸ ਹੈ ਸਭਾ। ਇਹ ਹੁੰਦੀ ਸੀ ਅਸੈਂਬਲੀ ਆਫ ਬ੍ਰਾਹਮਣਸ। ਜਿਹੜੇ ਏਰੀਆ ਦੇ ਉੱਥੇ ਦੇ ਏਰੀਆ ਦੇ ਬ੍ਰਾਹਮਣ ਹੁੰਦੇ ਸੀ ਨਾ, ਉਹਨਾਂ ਦੀ ਇੱਕ ਵੱਖਰੀ ਹੀ ਅਸੈਂਬਲੀ ਚੱਲਦੀ ਹੁੰਦੀ ਸੀ ਜਿਹਨੂੰ ਆਪਾਂ ਨਾਂ ਕੀ ਦਿੰਦੇ ਸੀ? ਸਭਾ। ਇੱਕ ਹੋ ਗਿਆ ਉਰ, ਦੂਜਾ ਹੋ ਗਿਆ ਸਭਾ। अच्छा, अगली वर्ड की क्या जा रहा? The village affairs were managed by executive committees which were open for all। ਕਹਿੰਦੇ ਐਗਜ਼ੀਕਿਊਟਿਵ ਕਮਿਊਨਿਟੀ ਜਿਹੜੀਆਂ ਕਿ ਓਪਨ ਸੀ ਫॉर all ਪਰਸਨਸ ਨੂੰ। ਕੀ ਐਵੇਂ ਤੁਹਾਨੂੰ ਲੱਗਦਾ ਹੈ ਵੀ ਐਵੇਂ ਦਾ ਕੰਮ ਹੋ ਸਕਦਾ ਹੈ? ਤੇ ਹੋ ਬਿਲਕੁਲ ਨਹੀਂ ਸਕਦਾ ਭਾਈ, ਕਿਉਂਕਿ ਜਿਹੜੀ ਆ ਤੁਹਾਨੂੰ ਦੱਸਿਆ ਜਾ ਰਿਹਾ ਹੈ ਨਾ, ਇਹ ਚੀਜ਼ एग्जीक्यूटिव कमेटीज नहीं वेखदियां होंदियां सी। अगों आ गया द्रविड़ स्टाइल बृहदेश्वरा टेंपल एट तंजौर वाज बिल्ट बाय राजेंद्र वन। हुण ये तंजौर दा तुहानूं पता ही है बृहदेश्वरा टेंपल, इत्थों सानूं आ भी पता चल गया कि टेंपल दे बेस ते भी क्वेश्चन बन सकदा है। ते जिहड़ा टेंपल दस्सिया जा रहा है आ ते बनाया है राजा वन ने। आ राजेंद्र वन कही जा रहे राजा वन ने फर्स्ट ने बनाया, राजा फर्स्ट ने बनाया तंजावर। समझ गए? ते हुण आपां वेख लैंदे आ इत्थे गड़बड़ी तां सानूं सारी लग रही है। ऑप्शन इन्हां विचों की पूछा गया भी करैक्ट किहड़ा ऑप्शन है? ते आंसर सिर्फ ऑप्शन ए साडा है वो करैक्ट है कि उर एंड सभा वर विलेज असेंबली मेंशनड इन चोला इंस्क्रिप्शन। हुण देखो
उड़ का मतलब है जनरल असेंबली, जे जनरल असेंबली हो रही है तो कहने का मतलब है विलेज की असेंबली है। दूजा सभा असेंबली ऑफ ब्राह्मण, तो कहने का मतलब है जे ब्राह्मण की असेंबली हो रही है तो वह भी ਜਿਹੜੇ ਬੰਦੇ ਪਿੰਡ 'ਚ ਰਹਿੰਦੇ ਹੋਣਗੇ ਉਸ ਪਾਰਟਿਕੂਲਰ ਵਿਲੇਜ ਦੇ ਵਿੱਚ ਰਹਿੰਦੇ ਹੋਣਗੇ ਉਹਨਾਂ ਦੀ ਅਸੈਂਬਲੀ ਹੋਊਗੀ ਨਾ। ਤੇ ਅੱਗੋਂ ਕੀ ਆ ਗਿਆ ਵਿਲੇਜ ਅਫੇਅਰ ਵਰ ਮੈਨੇਜਡ ਬਾਈ, ਇਹ ਤੁਹਾਨੂੰ ਮੈਂ ਦੱਸ ਦਿੱਤਾ ਵੀ ਹੋ ਹੀ ਨਹੀਂ ਸਕਦਾ। ਇੱਥੇ ਸਾਨੂੰ ਪਤਾ ਲੱਗ ਗਿਆ ਵੀ ਜਿਹੜਾ ਬ੍ਰਿਹਦੇਸ਼ਵਰਾ ਟੈਂਪਲ ਹੈ ਇਸ ਦਾ ਸਟਾਈਲ ਪੁੱਛਿਆ ਜਾ ਸਕਦਾ ਵੀ ਸਟਾਈਲ ਕੀ ਹੈ, ਤੇ ਆਨਸਰ ਆ ਗਿਆ ਦ੍ਰਵਿੜ ਸਟਾਈਲ। ਉਸ ਤੋਂ ਬਾਅਦ ਇੱਥੇ ਲਿਖਿਆ ਰਾਜਿੰਦਰਾ 1 ਤੇ ਇੱਥੇ ਆਨਸਰ ਕੀ ਹੈ ਰਾਜਾ 1 ਨੇ ਬਣਾਇਆ। ਇੱਥੋਂ ਪਤਾ ਲੱਗ ਗਿਆ ਵੀ ਅਗਲੇ ਦੋ ਆਪਸ਼ਨ ਤਾਂ ਕਾਂਡੀ ਕਰ ਰਿਹਾ, ਤੇ ਆਪਸ਼ਨ ਏ ਰਾਈਟ ਆਨਸਰ ਮੰਨਿਆ ਜਾਊਗਾ। Which of the following statement are not correct about the Vijayanagar Empire? Most important Vijayanagar Empire। ਹੁਣ ਵਿਜੇਨਗਰ ਐਮਪਾਇਰ ਦੇ ਅੰਦਰ ਕੀ ਬੋਲਿਆ ਗਿਆ? The Vijayanagar king maintained complete separation between religion and administration। ਕਰਦੇ ਹੁੰਦੇ ਸੀ। Land revenue was the main source of income। ਦੂਜੀ ਚੀਜ਼। ਤੀਜਾ administration of the village was carried out through hereditary officers। ਕਿਹੜੇ ਕੋਡ ਕਹਿੰਦੇ ਦਿੱਤੇ ਗਏ ਨੇ ਇੱਥੇ ਕਰੈਕਟ? ਆਪਸ਼ਨ 1 ਐਂਡ 2 ਕੀ ਦੋਵੇਂ ਕਰੈਕਟ ਹੈ? ਕੀ ਆਪਸ਼ਨ ਓਨਲੀ 1 ਹੀ ਕਰੈਕਟ ਹੈ ਜਾਂ ਫਿਰ 2 ਤੇ 3? 2 ਤੇ 3 ਦੋਵੇਂ ਹੀ ਕਰੈਕਟ ਨੇ। ਹੁਣ ਲੈਂਡ ਰੈਵਨਿਊ ਦੀ ਗੱਲ ਕਰੀ ਜਾ ਰਹੀ ਹੈ ਤਾਂ ਭਾਈ ਜਿਹੜਾ ਲੈਂਡ ਰੈਵਨਿਊ ਸੀ ਕਹਿੰਦੇ ਆ ਵਾਸ ਦਾ ਮੇਨ ਸੋਰਸ ਆਫ ਇਨਕਮ। ਕਹਿੰਦੇ ਸੀ ਉਸ ਉਦੋਂ ਕਦੋਂ ਜਦੋਂ ਚੱਲ ਰਿਹਾ ਸੀ ਕਿਹੜਾ ਐਮਪਾਇਰ? ਵਿਜੇਨਗਰ ਐਮਪਾਇਰ। ਤੇ ਲੈਂਡ ਰੈਵਨਿਊ ਬਿਲਕੁਲ ਮੇਨ ਸੋਰਸ ਸੀ ਇਹਨਾਂ ਦਾ ਇਨਕਮ ਦਾ। ਚਲੋ ਆਪਾਂ ਆਪਸ਼ਨ ਵੇਖਦੇ ਹਾਂ ਤੇ ਆਪਸ਼ਨ ਕੀ ਕਹਿ ਰਿਹਾ? ਓਨਲੀ 1 ਆਪਸ਼ਨ, ਆਪਸ਼ਨ ਬੀ ਆ ਰਿਹਾ। ਹੁਣ ਆਪਸ਼ਨ ਬੀ ਜਿਹੜਾ ਹੈ ਉਹ ਤੁਹਾਨੂੰ ਸਿੱਧਾ ਦੱਸਿਆ ਗਿਆ ਕਿ ਓਨਲੀ 1 ਲੈਂਡ ਰੈਵਨਿਊ ਵਾਸ ਦਾ ਮੇਨ ਸੋਰਸ ਆਫ ਇਨਕਮ। ਹੁਣ ਲੈਂਡ ਰੈਵਨਿਊ ਦੀ ਜਦੋਂ ਗੱਲ ਹੋ ਰਹੀ ਹੈ ਤੇ ਕਹਿੰਦੇ ਮੇਨ ਸੋਰਸ ਆਫ ਇਨਕਮ ਕੀ ਮੰਨਿਆ ਜਾਊਗਾ? ਮੇਨ ਸੋਰਸ ਆਫ ਇਨਕਮ ਲੈਂਡ ਰੈਵਨਿਊ ਦੇ ਨਾਲ ਐਗਰੀਕਲਚਰ ਮਤਲਬ ਪੈਸਟੋਰਲ ਵਾਲਾ ਜਿਹੜਾ ਪਾਰਟ ਸੀ ਉਹ ਵੀ ਮੰਨਿਆ ਜਾਂਦਾ, ਬਟ ਟ੍ਰੇਡ ਵੀ ਮੰਨਿਆ ਜਾਂਦਾ ਸੀ। ਤੇ ਲੈਂਡ ਰੈਵਨਿਊ ਵਾਸ ਦਾ ਮੇਨ ਸੋਰਸ ਆਫ ਇਨਕਮ। ਜਦੋਂ ਆਪਾਂ ਇਸ ਗੱਲ ਤੇ ਕਰਦੇ ਹਾਂ ਤਾਂ ਇੱਥੇ ਥੋੜੀ ਜਿਹੀ ਗੱਲ ਡਾਵਾਡੋਲ ਹੋ ਜਾਂਦੀ। ਆਪਾਂ ਐਨਸੀਈਆਰਟੀ ਦੇ ਅਕੋਰਡਿੰਗ ਚੱਲੀਏ ਤਾਂ ਡਾਵਾਡੋਲ ਹੁੰਦੀ ਹੈ। ਜਨਰਲ 'ਚ ਚੱਲੀਏ ਆਪਾਂ ਜਦੋਂ ਪੂਰੀ ਥਿਊਰੀ ਪੜ੍ਹਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਸੇਮ ਹੀ ਹੈ, ਹੋ ਨਹੀਂ ਸਕਦਾ। ਜਦੋਂ ਕਿ ਟ੍ਰੇਡ ਜਿਹੜਾ ਸੀ ਉਹ ਵਿਜੇਨਗਰ ਐਮਪਾਇਰ ਦੇ ਅੰਦਰ ਬੜਾ ਫੇਮਸ ਹੋਇਆ। ਤੇ ਆਨਸਰ ਸਾਡਾ ਕੀ ਆ ਗਿਆ? ਆਪਸ਼ਨ ਬੀ ਓਨਲੀ ਦ ਵਿਜੇਨਗਰ ਕਿੰਗ ਮੇਨਟੇਨਡ ਕੰਪਲੀਟ ਸੈਪਰੇਸ਼ਨ ਚੱਲਦੀ ਸੀ ਇਹਨਾਂ ਦੀ ਕਿਸ ਦੇ ਅੰਦਰ? ਰਿਲੀਜਨ ਤੇ ਐਡਮਿਨਿਸਟ੍ਰੇਸ਼ਨ ਦੇ ਅੰਦਰ। ਅਗਲਾ ਕੁਐਸਚਨ ਕੀ ਕਹਿ ਰਿਹਾ? ਵਿਦ ਰੈਫਰੈਂਸ ਟੂ ਉਦੈਗਿਰੀ ਖੰਡਗਿਰੀ ਕੇਵਸ ਮੋਸਟ ਇੰਪੋਰਟੈਂਟ। ਉਦੈਗਿਰੀ ਤੇ ਖੰਡਗਿਰੀ ਕੇਵਸ ਮੋਸਟ ਇੰਪੋਰਟੈਂਟ ਹੈ। ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਆਰ ਕਰੈਕਟ? ਪਹਿਲੀ ਕਹਿੰਦੇ ਦੇ ਆਰ ਦਾ ਐਗਜ਼ਾਮਪਲ ਆਫ ਰੌਕ ਕੱਟ ਕੇਵ ਟ੍ਰੈਡੀਸ਼ਨ। ਅੱਛਾ ਐਵੇਂ ਲੱਗ ਰਿਹਾ ਸਾਨੂੰ, ਚਲੋ ਵੇਖਦੇ ਹਾਂ ਅੱਗੋਂ ਕੀ ਕਹਿ ਰਿਹਾ। these cave have inscription of ਖਾਰਵੇਲਾ kings। ਖਾਰਵੇਲਾ kings ਮਤਲਬ ਜਿਹੜੇ ਕਲਿੰਗਾ ਵਾਲੀ ਸਾਈਡ ਦੇ ਰਾਜੇ ਸੀ। ਅੱਛਾ these caves were primarily meant for Buddhist monks। ਅੱਛਾ ਤਿੰਨ ਸਟੇਟਮੈਂਟਾਂ ਦਿੱਤੀਆਂ। ਚਲੋ ਤਾਂ ਵੇਖਦੇ ਹਾਂ ਹੁਣ ਉਦੈਗਿਰੀ ਤੇ ਖੰਡਗਿਰੀ ਕੇਵ ਦੇ ਅੰਦਰ ਆਨਸਰ ਸਾਡਾ ਕੀ ਆ ਰਿਹਾ? ਪਹਿਲਾ ਆਪਸ਼ਨ ਰਾਈਟ, ਆਪਸ਼ਨ ਸੀ ਆਨਸਰ ਆ ਰਿਹਾ both 1 and 2 ਮਤਲਬ only 1 and 2। ਜਿਹੜੀ ਤੀਜੀ ਹੈ meant for Buddhist monks, ਨਹੀਂ ਜੀ ਨਹੀਂ। ਤੇ ਪਹਿਲਾ ਰੌਕ ਕੱਟ ਕੇਵ ਹੈ। ਦੂਜਾ ਇਨਸਕ੍ਰਿਪਸ਼ਨ ਇੱਥੇ ਸਾਨੂੰ ਮਿਲਦੀਆਂ ਕਿਸ ਦੀਆਂ? ਖਾਰਵੇਲਾ ਕਿੰਗ ਦੀਆਂ। ਮੈਂ ਤੁਹਾਨੂੰ ਦੱਸਿਆ ਵੀ ਖਾਰਵੇਲਾ ਕਿੰਗ ਜਿਹੜੇ ਸੀ ਉਹ ਕਿਹੜੇ ਕਿੱਥੇ ਦੇ ਕਿੰਗ? ਕਲਿੰਗਾ। ਬੜਾ ਹੀ ਫੇਮਸ ਕਿੰਗ ਹੋਇਆ ਹੈ ਖਾਰਵੇਲਾ, ਬਹੁਤ ਹੀ ਜ਼ਿਆਦਾ ਫੇਮਸ ਹੋਇਆ। ਅੱਛਾ ਉੱਪਰ ਕੀ ਲਿਖਿਆ? ਉਦੈਗਿਰੀ ਤੇ ਖੰਡਗਿਰੀ ਲਿਖਿਆ ਹੈ ਨਾ। ਕਈ ਵਾਰ ਤੁਹਾਨੂੰ ਪੁੱਛਿਆ ਜਾਂਦਾ ਹੈ ਵੀ ਜਿਹੜੇ ਇਹ ਕੇਵ ਸੀ, ਹੁਣ ਇੱਕ ਤਾਂ ਆ ਗਈ ਉਦੈਗਿਰੀ ਕੇਵ, ਦੂਜੀ ਆ ਗਈ ਖੰਡਗਿਰੀ ਕੇਵਸ। ਟੋਟਲ ਜਿਹੜੀ ਉਦੈਗਿਰੀ ਕੇਵਸ ਹੈ ਇਹਨਾਂ ਵਿੱਚ ਕਿੰਨੀਆਂ ਕੇਵਸ ਨੇ? ਖੰਡਗਿਰੀ ਕੇਵਸ ਹੈ ਇਹਨਾਂ ਵਿੱਚ ਕਿੰਨੀਆਂ ਕੇਵਸ ਹੈ? ਆ ਪੁੱਛਿਆ ਜਾਂਦਾ। ਇੱਕ ਪੁੱਛਿਆ ਵੀ ਉਦੈਗਿਰੀ ਦੇ ਅੰਦਰ ਕਿੰਨੀਆਂ ਕੇਵਸ ਤੇ ਦੂਜੀਆਂ ਖੰਡਗਿਰੀ ਦੇ ਅੰਦਰ ਕਿੰਨੀਆਂ ਕੇਵਸ। ਸਮਝ ਗਏ? ਇੱਥੋਂ ਤੋਂ ਪਹਿਲੀ ਸਿੱਧੀ ਚੀਜ਼ ਆ ਕਰ ਲਓ ਵੀ ਭਾਈ ਜਿਹੜੀ ਉਦੈਗਿਰੀ ਖੰਡਗਿਰੀ ਕੇਵਸ ਦੀ ਗੱਲ ਹੋ ਰਹੀ ਆ ਉਹ ਕਿੱਥੇ ਦੀ ਰਹੀ ਹੈ? ਉੜੀਸਾ ਦੀ ਹੋ ਰਹੀ ਹੈ। ਤੇ ਕਹਿਣ ਦਾ ਮਤਲਬ ਹੈ ਤੁਸੀਂ ਇਹ ਵੇਖੋ ਵੀ ਕਿੰਨੀ ਡੈਪਥ ਤੋਂ ਕੁਐਸਚਨ ਪੁੱਛਿਆ ਗਿਆ ਹੈ। ਆਹ ਵਾਲਾ ਕੁਐਸਚਨ ਬਹੁਤ ਡੈਪਥ ਤੋਂ ਕੁਐਸਚਨ ਪੁੱਛਿਆ ਗਿਆ ਹੈ। ਮੀਨਸ ਜੇ ਤੁਸੀਂ ਆਰਕੀਟੈਕਚਰ ਪੜ੍ਹਿਆ ਹੈ ਆ ਸਾਰੇ ਕੁਐਸਚਨ ਜਿਹੜੇ ਵਿਜੇਨਗਰ ਐਮਪਾਇਰ ਦੇ ਚੋਲਾ ਚੇਰਾ ਤੇ ਪਾਂਡਿਆ ਤੋਂ ਬਣਨਗੇ। ਆ ਸਾਰੇ ਦੇ ਸਾਰੇ ਆਰਟ ਐਂਡ ਆਰਕੀਟੈਕਚਰ ਬੇਸਡ ਹੋ ਕੇ ਕੁਐਸਚਨ ਜ਼ਿਆਦਾ ਇੰਪੋਰਟੈਂਟ ਕੁਐਸਚਨ ਆਉਂਦੇ ਆ ਇੱਥੇ। ਠੀਕ ਹੈ ਚਲੋ ਅਗਲਾ ਕੁਐਸਚਨ ਆ ਜਾਓ। ਅੱਛਾ ਅਗਲਾ ਤਾਂ ਕੁਐਸਚਨ ਹੀ ਨਹੀਂ ਹੈ, ਸਾਡਾ ਲਾਸਟ ਕੁਐਸਚਨ ਸੀ। ਤੇ ਹੁਣ ਬੇਟਾ ਗੱਲ ਐਵੇਂ ਹੈ ਵੀ ਆਨਸਰ ਕੁਐਸਚਨਾਂ ਦੇ ਆਨਸਰ ਤੁਹਾਨੂੰ ਸਾਰੇ ਆਉਂਦੇ ਹੀ ਹੈ। ਠੀਕ ਹੈ ਤੁਸੀਂ ਆਲਰੇਡੀ PYQ ਕੀਤੇ ਆ, ਬਟ ਮੈਂ ਤੁਹਾਨੂੰ ਸਿਰਫ ਜਿਹੜੇ PYQ ਦੱਸੇ ਆ ਉਸ ਦਾ ਰੀਜ਼ਨ ਇੱਕ ਹੈ ਕਿ ਸਾਨੂੰ ਆ ਪਤਾ ਚੱਲ ਜਾਵੇ
ਵੀ ਕਿਹੜੇ ਟੌਪਿਕ ਜਦੋਂ ਟੀਚਰ ਪੜ੍ਹਾਉਂਦਾ ਹੈ, ਆਪਾਂ ਤਾਂ ਤੁਹਾਨੂੰ ਸਾਰੇ ਟੌਪਿਕ ਪੜ੍ਹਾਣੇ ਆ, ਠੀਕ ਹੈ, ਐਂਸ਼ੀਐਂਟ ਦੇ, ਮਿਡੀਵਲ ਦੇ ਪੂਰੇ ਟੌਪਿਕ ਪੜ੍ਹਾਣੇ ਆ, ਉਹ ਵੀ ਸੀਕੁਐਂਸ ਵਾਈਜ਼, ਤੇ ਨਾਲ ਉਸਦੀ ਆਪਾਂ ਥਿਊਰੀ ਵੀ ਪੜਾਂਗੇ, ਨਾਲ MCQs ਵੀ ਡਿਸਕਸ ਕਰਾਂਗੇ, ਤੇ ਨਾਲ ਉਹਦੀ ਥਿਊਰੀ ਨੂੰ ਯਾਦ ਕਿਵੇਂ ਕਰਨਾ ਉਹ ਵੀ ਤੁਹਾਨੂੰ ਮੈਂ ਤਰੀਕਾ ਦੱਸੂਗੀ ਵੀ ਉਹਨੂੰ ਯਾਦ ਕਿਵੇਂ ਕਰਨਾ। ਬਟ ਗੱਲ ਇੰਨੀ ਹੈ ਵੀ ਸਾਰੀ ਚੀਜ਼ਾਂ ਨੂੰ ਆਪਾਂ ਬ੍ਰੇਨ ਦੇ ਅੰਦਰ ਹੀ ਸਟੋਰ ਕਰਕੇ ਰੱਖਣਾ ਹੈ, ਉਹਦੇ ਲਈ ਜ਼ਰੂਰੀ ਹੈ ਰਿਵੀਜ਼ਨ, ਤੇ ਰਿਵੀਜ਼ਨ ਮਸਟ ਹੈ, ਰਿਵੀਜ਼ਨ ਕਰਨੀ ਬਿਲਕੁਲ ਨਹੀਂ ਭੁੱਲਣੀ ਹੈਗੀ। PYQ ਅੱਜ ਆਪਾਂ ਹਿਸਟਰੀ ਦੇ ਵੇਖ ਲਏ ਹੈ, ਹੁਣ ਇਸ ਦੇ ਬੇਸ ਤੇ ਹੀ ਆਪਾਂ ਜਿਹੜੀ ਅਗਲੀ ਹਿਸਟਰੀ ਆਪਾਂ ਉਹਨੂੰ ਤਿਆਰ ਕਰਾਂਗੇ, ਠੀਕ ਹੈ ਜੀ। ਤੇ ਰੱਖੋ ਜੀ ਆਪਣਾ ਧਿਆਨ, ਤੇ ਜਿੰਨੀ ਮੈਂ ਚੀਜ਼ਾਂ ਤੁਹਾਨੂੰ ਦੱਸੀਆਂ ਜੇਕਰ ਤੁਸੀਂ PYQ ਕੀਤੇ ਆ ਤਾਂ ਵੀ ਬਹੁਤ ਵਧੀਆ ਗੱਲ ਹੈ, ਨਹੀਂ ਤਾਂ ਇਹਨੂੰ ਕਾਪੀ ਤੇ ਨੋਟ ਕਰ ਲਓ ਕਿਉਂਕਿ ਇੰਪੋਰਟੈਂਟ ਚੀਜ਼ਾਂ ਨੇ, ਕਿਤੇ ਨਾ ਕਿਤੇ ਕੋਈ ਨਾ ਕੋਈ ਕੁਐਸਚਨ ਰਿਪੀਟ ਹੋ ਜਾਂਦਾ ਹੈ ਤਾਂ ਪਤਾ ਨਹੀਂ ਲੱਗਦਾ ਵੀ ਕਦੋਂ ਰਿਪੀਟ ਹੋ ਗਿਆ, ਠੀਕ ਹੈ। ਰੱਖੋ ਆਪਣਾ ਧਿਆਨ, ਮਿਲਦੇ ਆ ਫਿਰ ਆਪਾਂ ਹੁਣ ਜਦੋਂ ਸੈਸ਼ਨ ਚੱਲੂਗਾ, ਕਲਾਸਿਸ ਚੱਲਣਗੀਆਂ, ਉਦੋਂ ਫਿਰ ਮੈਂ ਤੁਹਾਨੂੰ ਪੜ੍ਹਾਉਂਦੀ ਹਾਂ ਹਿਸਟਰੀ। ਗੁੱਡ ਬਾਏ, ਥੈਂਕ ਯੂ।